ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗਾ। ਗੁਰੂ ਅਰਜਨ ਬਿਗ ਨਾਨਕੇ ਬਿਗ ਨਾਨਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਧਰੋਂ ਧਰਾ ਪਰ ਪੁੰਨ ਪੁੰਨ ਸੀਸ ਜੀ ਪੁੰਨ ਪੁੰਨ ਸੀਸਾ। ਬੰਦਾ ਬਾਰੰਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਨ ਮੂਕਕ ਬਿਲ ਬਾਸ਼ਨਾ। ਪਕਰੇ ਕੌਣ ਉਪਾਈ। ਪਾਰਦ ਸ਼੍ਰੀ ਗੁਰ ਪ੍ਰੇਮ ਪਗ। ਪਾਇਓ ਹੋਏ ਥਿਰ ਥਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਮੁਬਾਰਕ ਸਥਾਨਾਂ ਤੇ ਮਹੀਨਾਵਾਰੀ ਪੰਚਮੀ ਦੇ ਜੋੜ ਮੇਲ महाराजियों के पावन स्थाना ते नतमस्तक होकर के पावन सरोवरां अंदर इशनान करके मना रहे हाँ। सतगुरु श्री गुरु ग्रंथ साहिब महाराजियों की पावन पवित्र हजूरी अंदर इस दिन जो नेम सहित पावन दीवान सजाए जाते हैं। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਗੁਰੂ ਘਰ ਕੇ ਕੀਰਤਨੀਆਂ ਦੇ ਵੱਲੋਂ ਸਤਿਕਾਰਯੋਗ ਢਾਡੀ ਸਿੰਘਾਂ ਵੱਲੋਂ ਕਵੀਸ਼ਰ ਸਹਿਬਾਨ ਮਹਾਰਾਜ ਜੀਓ ਕਾ ਹਰ ਜਸ ਸਰਵਣ ਕਰਵਾ ਕੇ ਨਿਹਾਲ ਕਰਦੇ ਹਨ। ਸੋ ਸਾਧ ਸੰਗਤ ਜੀਓ ਸਮਾਂ ਹੈ ਪਾਵਨ ਪਵਿੱਤਰ ਲੜੀਵਾਰ ਇਤਿਹਾਸ ਦੀ ਜੋ ਕਥਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ। ਜੋ ਕਥਾ ਦੇ ਲੜੀਵਾਰ ਪ੍ਰਸੰਗ ਚੱਲ ਰਹੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਦੀ ਧਰਤੀ ਤੇ ਹਨ। ਸਰਵਣ ਕੀਤਾ ਸੀ ਕਿ ਮਹਾਰਾਜੀਆਂ ਦੇ ਨਾਲ ਜਦੋਂ ਸਵਾਲ ਜਵਾਬ ਦੇ ਅੰਦਰ ਸਿੱਧ ਲੋਕ ਹਾਰ ਗਏ, ਫਿਰ ਜਿਹੜੀਆਂ ਉਹਨਾਂ ਕੋਲ ਕਿਸੇ ਦੇ ਕੋਲ ਕੋਈ ਸ਼ਕਤੀ ਸੀ, ਕਿਸੇ ਕੋਲ ਕੋਈ ਸ਼ਕਤੀ ਸੀ,
ਇਹਨਾਂ ਨੇ ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀਓ ਉਹਨਾਂ ਸ਼ਕਤੀਆਂ ਦੇ ਰਾਹੀਂ ਵਿਚਲਾਉਣ ਦਾ ਭਰਮਾਉਣ ਦਾ ਯਤਨ ਕੀਤਾ। ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਪਣੀ ਕੌਂਸ ਨੂੰ ਆਗਿਆ ਕੀਤੀ, ਮਹਾਰਾਜ ਜੀਆਂ ਨੇ ਆਪਣੀਆਂ ਖੜਾਵਾਂ ਨੂੰ ਆਗਿਆ ਕੀਤੀ ਕਿ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਜਿਹੜੀਆਂ ਉੱਥੇ ਆਕਾਸ਼ ਦੇ ਅੰਦਰ ਉੱਡ ਰਹੀਆਂ ਹਨ ਉਹਨਾਂ ਨੂੰ ਹੇਠਾਂ ਉਤਾਰ ਲਿਆਓ। ਮਹਾਰਾਜ ਜੀਆਂ ਦੀ ਕੌਂਸ ਨਭ ਦੇ ਅੰਦਰ ਗਈ, ਸਾਰੀਆਂ ਉਹਨਾਂ ਦੀਆਂ ਜਿਤਨੀਆਂ ਵੀ ਸ਼ਕਤੀਆਂ ਸਨ ਉਹਨਾਂ ਨੂੰ ਆਕਾਸ਼ ਦੇ ਵਿੱਚੋਂ ਖੰਡਾ ਦਿੱਤਾ ਹੈ। ਮਹਾਰਾਜ ਜੀਆਂ ਦੇ ਚਰਨੀ ਪਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਹੋਰ ਵੀ ਭਰਮਾਉਣ ਦਾ ਯਤਨ ਕੀਤਾ। ਮਹਾਰਾਜ ਜੀਆਂ ਨੂੰ ਖੱਪਰ ਦਿੱਤਾ। ਨਾਥ ਜੀ ਗੁਰਦੇਵ ਜੀਆਂ ਨੂੰ ਪਾਣੀ ਕਹਿੰਦੇ, ਤੁਸੀਂ ਉਹ ਸਾਹਮਣੇ ਨਾ ਪਹਾੜ ਦੇ ਪਿਛਲੇ ਪਾਸੇ ਉੱਥੇ ਇੱਕ ਝਰਨਾ ਹੈ, ਜਾਓ ਤੁਸੀਂ ਉਸ ਝਰਨੇ ਤੋਂ ਸਾਡੇ ਖਾਤਰ ਤੁਸੀਂ ਪਾਣੀ ਲੈ ਕੇ ਆਓ। ਭਾਈ ਗੁਰਦਾਸ ਸਾਹਿਬ ਜੀ ਇਹਨੂੰ ਆਪਣੀਆਂ ਵਾਰਾਂ ਵਿੱਚ ਇਉਂ ਅੰਕਿਤ ਕਰਦੇ ਹਨ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਮਹਾਰਾਜ ਕਹਿੰਦੇ ਕੋਈ ਨਾ ਭਾਈ, ਤੁਹਾਨੂੰ ਪਾਣੀ ਪਿਆ ਦਿੰਨੇ ਹਾਂ। ਬਾਬਾ ਆਇਆ ਪਾਣੀ ਐ, ਡਿੱਠੇ ਰਤਨ ਜਵੇਹਰ ਲਾਲਾ। ਮਹਾਰਾਜ ਜਦੋਂ ਪਾਣੀ ਲੈਣ ਗਏ ਇਹਨਾਂ ਨੇ ਆਪਣੀਆਂ ਕਰਾਮਾਤਾਂ ਦੇ ਨਾਲ ਰਤਨ ਜਵੇਹਰ, ਹੀਰੇ ਹੀ, ਚਮਕਦੇ ਹੀਰੇ ਹੀ ਉੱਥੇ ਪੈਦਾ ਕਰ ਦਿੱਤੇ। ਮਹਾਰਾਜ ਜੀਆਂ ਨੂੰ ਭਰਮਾਉਣ ਦਾ ਯਤਨ ਕੀਤਾ ਵੀ ਕਿਤੇ ਇਹ ਸਾਡੀਆਂ ਸ਼ਕਤੀਆਂ ਤੋਂ ਇਸ ਵਿਧ ਹੀ ਭਰਮ ਜਾਣ ਵੀ ਇਹ ਇਥੋਂ ਹੀਰੇ ਰਤਨ ਜਵਾਹਰਾਤ ਲੋਕ ਜਿਨ੍ਹਾਂ ਵਾਸਤੇ ਤਰਸਦੇ ਨੇ ਇਥੋਂ ਲੈ ਕੇ ਚਲਾ ਜਾਏਗਾ। ਮਹਾਰਾਜ ਜੀ ਵਾਪਸ ਆਏ, ਆਣ ਕੇ ਖੱਪਰ ਦਿੱਤਾ। ਮਹਾਰਾਜ ਜੀਆਂ ਨੇ ਉਹਨਾਂ ਨੂੰ ਜਿਹੜਾ ਭਾਂਡਾ ਸੀ, ਖੱਪਰ ਸੀ, ਮਹਾਰਾਜ ਜੀਆਂ ਨੇ ਵਾਪਸ ਕਰਕੇ ਕਿਆ ਕਹਿੰਦੇ, ਮਹਾਰਾਜ ਜੀਆਂ ਦੇ ਬਚਨ ਸਨ, ਭਾਈ ਉੱਥੇ ਪਾਣੀ ਨਹੀਂ ਹੈ, ਉੱਥੇ ਤਾਂ ਸਾਰੇ ਪਾਸੇ ਹੀਰੇ ਰਤਨ ਜਵਾਹਰਾਤ ਹੀ ਹਨ, ਉੱਥੇ ਪਾਣੀ ਨਹੀਂ। ਮਹਾਰਾਜ ਜੀਆਂ ਨੂੰ ਭਰਮਾਇਆ ਸੀ ਵੀ ਇਹ ਬਾਲਕ ਇਹਨਾਂ ਪਦਾਰਥਾਂ ਦੇ ਉੱਪਰ ਡੁੱਲ ਜਾਏਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਕਿਹੜਾ ਝੱਲੇ ਗੁਰੂ ਦੀ ਝਾਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਇਹਨਾਂ ਪਾਸੋਂ ਕਿਹੜੇ ਐਸੇ ਸਨ ਜਿਨ੍ਹਾਂ ਤੋਂ ਸਤਿਗੁਰੂ ਮਹਾਰਾਜ ਜੀਆਂ ਦੀ, ਧੰਨ ਗੁਰੂ ਨਿਰੰਕਾਰੀ ਮਹਾਰਾਜ ਜੀਆਂ ਦੀ ਝਾਲ ਚੱਲੀ ਜਾਣੀ ਸੀ। ਅਧਿਆਇ ਕੱਲ ਸਾਧ ਸੰਗਤ ਜੀ ਇੱਥੇ ਸੰਪੰਨ ਹੋਇਆ। ਆਓ ਪਾਵਨ ਪਵਿੱਤਰ ਲੜੀਵਾਰ ਵਿਚਾਰ ਆਪਾਂ ਅਗਾਰੀ ਪ੍ਰਾਰੰਭ ਕਰੀਏ ਜੀ। ਕੋਈ ਪਿਰਸਨਾ ਵਾਂਝੀ ਨਾ ਰਹੇ, ਭਾਵਨਾ ਦਬਕੀਦਤ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਨ ਮੂਖਕ ਬਿਲ ਬਾਸ਼ਨਾ, ਪਕਰੇ ਕੌਣ ਉਪਾਈ। ਅਧਿਆਏ ਦੀ ਪ੍ਰਾਰੰਭਤਾ ਕਰਦੇ ਹਨ ਭਾਈ ਸੰਤੋਖ ਸਿੰਘ ਜੀ ਦੋਹਰੇ ਤੋਂ। ਕਹਿੰਦੇ ਜਿਹੜਾ ਇਹ ਮਨੁਆ ਹੈ, ਮਨੁਆ ਇੱਕ ਚੂਹੇ ਵੱਤ ਹੋਇਆ ਖਲੋਤਾ ਹੈ, ਜਿਹੜਾ ਵਾਸ਼ਨਾ, ਜਿਹੜਾ ਵਿਕਾਰਾਂ ਦੀਆਂ ਖੁੱਡਾਂ ਦੇ ਅੰਦਰ ਭਰਮਦਾ ਪਿਆ ਹੈ। ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਹਾਂ ਮਹਾ ਮੁਗਣਾ, ਕਿ ਇਹ ਜੋ ਮਨੁਆ ਹੈ ਇਹ ਵਿਕਾਰਾਂ ਦੀਆਂ ਖੱਡਾਂ ਦੇ ਅੰਦਰ ਇਹ ਚੂਹਾ ਉਸੇ ਪਾਸੇ ਹੀ ਭਟਕਦਾ ਹੈ। ਪਾਰਦ ਸ਼੍ਰੀ ਗੁਰ ਪ੍ਰੇਮ ਪਗ, ਪਿਆਵੋਂ ਹੋਏ ਥਿਰ ਥਾਏ। ਇਹਨੂੰ ਭਾਈ ਪਕੜਨ ਦਾ ਕਿਹੜਾ ਢੰਗ ਤਰੀਕਾ ਹੈ? ਭਾਈ ਸੰਤੋਖ ਸਿੰਘ ਜੀ ਫਿਰ ਆਪ ਹੀ ਲਿਖਦੇ ਹਨ, ਕਹਿੰਦੇ ਇਸ ਮਨੁਏ ਨੂੰ, ਇਸ ਜਾਂ ਚੂਹੇ ਨੂੰ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਦਾ ਪਾਰਾ ਜੇ ਪਿਆ ਦਈਏ ਨਾ, ਪਾਰਾ ਭਾਰਾ ਹੁੰਦਾ ਹੈ। ਕਿਤੇ ਉਹਨੂੰ ਪੀ ਕੇ ਹੀ ਕਿਤੇ ਇੱਕ ਥਾਂ ਤੇ ਟਿਕ ਜਾਏ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਜੀ ਤਾਂ ਇਉਂ ਬਚਨ ਲਿਖਦੇ ਹਨ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਇਹ ਮਨੁਆ ਪਰਦੇਸੀ ਹੈ, ਸਰੀਰ ਦੇ ਅੰਦਰ ਟਿਕਦਾ ਨਹੀਂ, ਇੱਕ ਥਾਂ ਤੇ ਸੰਗਤ ਵਿੱਚ ਲੈ ਤਾਂ ਆਉਂਦਾ ਹੈ।
ਹਾਂ, ਇਹਦੇ ਵਿੱਚ ਇਹ ਵੀ ਹੈ, ਮਨੁਆ ਲੈ ਕੇ ਤਾਂ ਅੰਦਰ ਬਿਰਤੀ ਹੀ ਇੱਥੋਂ ਤੱਕ ਆਪਾਂ ਨੂੰ ਲੈ ਕੇ ਆਈ, ਪਰ ਸੰਗਤ ਵਿੱਚ ਸਾਨੂੰ ਬਿਠਾ ਕੇ ਆਪ ਮਨਫੀ ਹੋ ਜਾਂਦਾ ਹੈ। ਪਾਠ ਕਰਨ ਲਾ ਦੇਗਾ ਮਨੁਆ, ਹਿੰਮਤ ਮਾਰ ਕੇ ਪਾਠ ਕਰਨ ਲੱਗੇ, ਮਨੁਆ ਵਿੱਚੋਂ ਆਪ ਮਨਫੀ ਹੋ ਗਿਆ, ਆਪ ਚਲਾ ਗਿਆ। ਬਾਬਾ ਕਬੀਰ ਸਾਹਿਬ ਜੀ ਇਉਂ ਬਚਨ ਅੰਕਿਤ ਕਰਦੇ ਹਨ, ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦੈਂ ਦਿਸ ਧਾਵਾ, ਖਸਮੈ ਜਾਣ ਖਿਮਾ ਕਰ ਲੈ ਤੋ ਹੋਏ, ਨਖਿਓ ਅਖੈ ਪਦ ਲੈ ਹੈ। ਉਹ ਮੇਰੇ ਮਨ, ਜਿਵੇਂ ਇੱਕ ਪੰਛੀ ਸ਼ਾਮ ਦੇ ਵੇਲੇ ਆਪਣੀ ਖੋੜ ਕਹਿੰਦੇ ਨੇ, ਜੋ ਵੱਡੇ ਰੁੱਖਾਂ ਦੇ ਵਿੱਚ ਪੰਛੀ ਆਪਣੀ ਚੁੰਝ ਦੇ ਨਾਲ ਇੱਕ ਘਰ ਬਣਾ ਲੈਣ, ਖੱਖਾ ਇਹ ਖੋੜ ਮਨ ਆਵਾ, ਉਹ ਮੇਰਿਆ ਮਨਾ ਇਸ ਖੋੜ ਦੇ ਅੰਦਰ ਆ, ਭਾਵ ਇਸ ਸਰੀਰ ਅੰਦਰ ਆ। ਖੋੜੇ ਛਾੜ ਨਾ ਦੈਂ ਦਿਸ ਧਾਵਾ, ਇਹਨੂੰ ਛੱਡ ਕੇ ਦਸਾਂ ਦਿਸ਼ਾਵਾਂ ਵਿੱਚ ਨਾ ਭਟਕ। ਤੇ ਭਾਈ ਜੀ ਇੱਥੇ ਅਧਿਆਏ ਦੀ ਪ੍ਰਾਰੰਭਤਾ ਕਰਦੇ ਹਨ, ਭਾਈ ਇਹਨੂੰ ਕਿਵੇਂ ਪਕੜਾਂ, ਇਸ ਮਨ ਦੇ ਉੱਪਰ ਕਿਹੜਾ ਪ੍ਰਭਾਵ ਪਾਵਾਂ। ਤੇ ਆਪ ਹੀ ਉੱਤਰ ਦਿੱਤਾ, ਇਸ ਮਨੁਏ ਨੂੰ ਪਾਰਾ ਪਿਆ। ਕਾਹਦਾ ਪਾਰਾ ਜੀ? ਗੁਰੂ ਦੇ ਚਰਨਾਂ ਦੇ ਪ੍ਰੇਮ ਦਾ ਪਾਰਾ। ਕਿਤੇ ਇਹ ਗੁਰੂ ਦੇ ਚਰਨਾਂ ਦੇ ਸੰਗ ਇਹ ਵੀ ਉਸ ਪ੍ਰੇਮ ਰੂਪੀ ਜਲ ਨੂੰ ਕਿਤੇ ਪੀ ਲਵੇ ਤੇ ਇਹ ਵੀ ਇੱਕ ਥਾਂ ਟਿਕ ਜਾਏ। ਸ੍ਰੀ ਬਾਲਾ ਸੰਧੂ ਵਾਚ ਦੋਹਰਾ, ਪਚਹਾਰੇ ਸਭ ਹੀ ਜਬੇ, ਕੈ ਬਿਦ ਜੀਤ ਨ ਪਾਏ। ਸਾਧ ਸੰਗਤ ਜੀਓ, ਜਦੋਂ ਸਾਰੇ ਹੀ ਸਿੱਧ ਖਾਪ ਗਏ, ਬੜਾ ਉਹਨਾਂ ਨੇ ਭਾਰਾ ਯਤਨ ਕੀਤਾ ਮਹਾਰਾਜ ਜੀਆਂ ਨੂੰ ਵਿਚਾਰ ਵਿੱਚ ਵੀ ਹਰਾਉਣ ਦਾ, ਕਰਾਮਾਤਾਂ ਵਿੱਚ ਵੀ ਹਰਾਉਣ ਦਾ, ਪਰ ਦੀਨ ਦਿਆਲ ਪਾਤਸ਼ਾਹ ਜੀ ਦੇ ਉੱਪਰ ਉਹਨਾਂ ਦਾ ਕੋਈ ਵਸ ਵੀ ਨਾ ਚੱਲਿਆ ਤੇ ਖਪ ਗਏ। ਗੋਰਖ ਚਿੰਤਾ ਤੁਰ ਪਇਓ, ਹੋਵਤ ਬਾਦੇ ਉਪਾਏ। ਗੋਰਖ ਇਸ ਗੱਲ ਨੂੰ ਲੈ ਕੇ ਚਿੰਤਾ ਤੁਰ ਹੋ ਗਿਆ ਵੀ ਮੇਰੀ ਤਾਂ ਆਪਣੇ ਚੇਲਿਆਂ ਦੇ ਵਿੱਚ ਹਾਨੀ ਹੋਈ ਹੈ, ਮੇਰੀ ਤਾਂ ਆਪਣੀ ਇਸ ਜਮਾਤ ਦੇ ਅੰਦਰ ਆਈ ਪੰਥੀ ਵਿੱਚ ਮੇਰੀ ਤਾਂ ਬੜੀ ਕੋਈ ਗੱਲ ਬਣੀ ਕੋਈ ਨਹੀਂ। ਉਹ ਇਸ ਗੱਲੋਂ ਲੈ ਕੇ ਬੜਾ ਮਨ ਦੇ ਅੰਦਰ ਸੋਚਣ ਲੱਗਾ ਇਹ ਗੱਲ ਵੀ ਸਾਰੇ ਮੇਰੇ ਯਤਨ ਵਿਅਰਥ ਹੋਏ ਹਨ। ਚੌਪਈ ਬੋਰੋ ਸਰਬ ਸਿੱਧ ਮਿਲ ਆਏ। ਜਿਹੜੇ ਵੀ ਗਾਇਬ ਹੋ ਗਏ ਸਨ ਉਸ ਥਾਂ ਤੋਂ ਦੁਬਾਰਾ ਫਿਰ ਸਾਰੇ ਸਿੱਧ ਇਕੱਠੇ ਹੋ ਕੇ ਆਏ। ਜੇ ਸ਼ਕਤ ਤਿੰਨ ਯੁਤ ਹੁਤੇ ਪਲਾਏ। ਜਿਹੜੇ ਜਿਹੜੇ ਆਪਣੀਆਂ ਸ਼ਕਤੀਆਂ ਨਾਲ ਉਥੋਂ ਪਲਾਇਨ ਕਰ ਗਏ ਸਨ ਚਲੇ ਗਏ ਸਨ। ਗੋਰਖ ਜੈ ਬੇਦੀ ਕੁਲ ਦੀਪਾ। ਜਿਸ ਥਾਂ ਤੇ ਦੀਨ ਦਿਆਲ ਪਾਤਸ਼ਾਹ ਆਪ ਤਥਾ ਗੋਰਖ ਬੈਠੇ ਹੋਏ ਹਨ ਮਹਾਰਾਜੀਆਂ ਦੇ ਕੋਲ, ਸਾਰੇ ਸਿੱਧ ਭਾਈ ਦੁਬਾਰਾ ਫਿਰ ਉੱਥੇ ਆ ਗਏ। ਮਹਾਰਾਜੀਆਂ ਦੇ ਕੋਲ ਦੁਬਾਰਾ ਫਿਰ ਆਏ ਹਨ। ਵੈਸੇ ਸਭ ਤੈ ਹੋਏ ਸਮੀਪਾ। ਸਾਰੇ ਫਿਰ ਨਾ ਮਹਾਰਾਜੀਆਂ ਦੇ ਕੋਲ ਢੁੱਕ ਕੇ ਬੈਠ ਗਏ, ਨੇੜੇ ਜੀ ਹੋ ਕੇ ਬੈਠ ਗਏ। ਕਿਤਕ ਦੇਰ ਤੂੰ ਸ਼ਨਹੀ ਰਹੇ। ਫਿਰ ਥੋੜੀ ਜਿਹੀ ਦੇਰ ਹੋਰ ਚੁੱਪ ਕਰਕੇ ਬੈਠੇ ਰਹੇ। ਪੁਨ ਵਿਚਾਰ ਗੋਰਖ ਬਚ ਗਏ। ਫਿਰ ਗੋਰਖ ਨੇ ਸਾਰੀ ਗੱਲ ਭਾਂਪਦਿਆਂ ਹੋਇਆਂ ਫਿਰ ਗੁਰੂ ਗੋਰਖ ਨੇ ਗੱਲ ਸ਼ੁਰੂ ਕੀਤੀ। ਮਾਨੋ ਮਨ ਮੈਂ ਬਾਣੀ ਮੋਰੀ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਨੂੰ ਲੱਗੇ ਕਹਿਣ ਬਈ ਤੁਸੀਂ ਮੇਰੀ ਗੱਲ ਮੰਨ ਲਓ। ਸੁਨੋ ਕਾਨ ਦੇ ਕਹੋ ਬਹੋਰੀ। ਮੈਂ ਦੁਬਾਰਾ ਫਿਰ ਬਹੋਰੀ ਕਵਾਂ, ਮੈਂ ਤੁਹਾਨੂੰ ਦੁਬਾਰਾ ਫਿਰ ਕਹਿਣ ਲੱਗਾ ਹਾਂ ਕਿ ਤੁਸੀਂ ਮੇਰੀ ਗੱਲ ਨੂੰ ਥੋੜਾ ਜਿਹਾ ਧਿਆਨ ਨਾਲ ਸਰਵਣ ਕਰੋ। ਸਭ ਸਿੱਧਨ ਕੋ ਅਧਿਪਤ ਬਨੀਏ। ਤੁਸੀਂ ਰਹਿਮਤ ਕਰੋ, ਸਾਰੇ ਜਿਹੜੇ ਸਿੱਧ ਨੇ ਨਾ ਇਹਨਾਂ ਦੇ ਤੁਸੀਂ ਗੁਰੂ ਬਣ ਜਾਓ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਹਿਲਾਂ ਕੀ ਕਹਿੰਦੇ ਸਨ? ਪਹਿਲਾਂ ਕਹਿੰਦੇ ਸਨ ਚੇਲੇ ਬਣੋ। ਫਿਰ ਇਹਨਾਂ ਨੇ ਕਰਾਮਾਤਾਂ ਵਿਖਾਈਆਂ। ਹੁਣ ਲੱਗੇ ਕਹਿਣ ਜੇ ਚਲੋ ਤੁਸੀਂ ਚੇਲੇ ਨਹੀਂ ਬਣਨਾ, ਸਾਡੇ ਗੁਰੂ ਹੀ ਬਣ ਜਾਓ। ਇਹਨਾਂ ਜਿੰਨੇ ਵੀ ਸਿੱਧ ਨੇ ਨਾ, ਸਾਰੇ ਸਿੱਧਾਂ ਦੇ ਅਧਿਪਤ ਕਹੀਏ, ਤੁਸੀਂ ਉਹਨਾਂ ਦੇ ਸੁਆਮੀ ਬਣ ਜਾਓ, ਤੁਸੀਂ ਉਹਨਾਂ ਦੇ ਆਗੂ ਬਣ ਜਾਓ। ਸਭ ਪਰ ਨਿਜ ਆਇਸ ਕੋ ਪਨੀਏ। ਇਹ ਜਿੰਨੇ ਵੀ ਨੇ ਤੁਹਾਡੇ ਅਨੁਸਾਰੀ ਹੋਣਗੇ,
ਸਾਰਿਆਂ ਦੇ ਉੱਪਰ ਤੁਹਾਡੀ ਹੀ ਆਗਿਆ, ਤੁਹਾਡਾ ਹੀ ਹੁਕਮ ਚੱਲੇਗਾ। ਮੁੰਦਾ ਪੈਰੋ ਝੋਲੀ ਲੀਜੇ, ਔਰ ਤੁਸੀਂ ਕੰਨਾਂ ਦੇ ਵਿੱਚ ਬਲੌਰੀ ਮੁੰਦਰਾ ਪਾਓ, ਔਰ ਆਪਣੇ ਪਿੰਡੇ ਦੇ ਉੱਪਰ ਤੁਸੀਂ ਖਿੰਥਾ ਪਾਓ। ਤੁਸੀਂ ਇਹ ਝੂਲੀ ਤੁਸੀਂ ਖਿੰਥੜਾ ਪਹਿਨਣੀ ਕਰੋ। ਅੰਗ ਵਿਭੂਤ ਮਲਨ ਕੋ ਕੀਜੈ, ਔਰ ਪਿੰਡੇ ਤੇ ਤੁਸੀਂ ਚੰਗੀ ਤਰ੍ਹਾਂ ਸਵਾਹ ਦਾ ਲੇਪਣ ਕਰ ਲਓ। ਗਲ ਵਿੱਚ ਝੂਲੀ ਪਾਓ, ਕੰਨਾਂ ਵਿੱਚ ਮੁੰਦਾ ਪਾਓ, ਪਿੰਡੇ ਤੇ ਤੁਸੀਂ ਸਵਾਹ ਮਲ ਲਵੋ। ਖਿੰਤਾ ਆਪਣੀ ਦੇਹ ਹੰਡਾਵੋ, ਔਰ ਆਪਣੇ ਪਿੰਡੇ ਉੱਪਰ ਤੁਸੀਂ ਖਿੰਥੜ ਗੋਦੜੀ ਪਾ ਕੇ ਤੁਸੀਂ ਇਹਨੂੰ ਹੰਡਾਉਣਾ ਕਰੋ। ਸਿੱਧ ਜਮਾਤੀ ਮੈਂ ਅਬਿਆਵੋ, ਤੁਸੀਂ ਫਿਰ ਸਿੱਧ ਜਮਾਤ ਦੇ ਅੰਦਰ, ਸਾਡੀ ਜਮਾਤ ਦੇ ਅੰਦਰ ਤੁਸੀਂ ਆ ਜਾਓ। ਲਿਓ ਭੰਡਾਰਾ ਹਮ ਤੇ ਖਾਵੋ, ਔਰ ਸਾਡੇ ਕੋਲੋਂ ਜੋ ਸਾਡੇ ਇੱਕ ਭੰਡਾਰੇ ਦੇ ਅੰਦਰ ਚੂਰਮਾ ਜਿਸ ਵਿਧ ਬਣਦਾ ਹੈ, ਜਿੱਥੇ ਅਸੀਂ ਸਾਰੇ ਬੈਠ ਕੇ ਭੰਡਾਰੇ ਵਿੱਚ ਖਾਂਦੇ ਆ, ਫਿਰ ਤੁਸੀਂ ਵੀ ਉੱਥੇ ਬੈਠ ਕੇ ਖਾਵੋ। ਸਿੰਘੀ ਮੁਖ ਤੇ ਨਾਦ ਬਜਾਵੋ, ਔਰ ਮੁਖ ਤੋਂ ਤੁਸੀਂ ਸਿੰਘੀ ਨਾਦ ਤੁਸੀਂ ਵਜਾਉਣਾ ਕਰੋ, ਜਿਵੇਂ ਸਾਰੇ ਸਿੱਧ ਜਿਵੇਂ ਕਰਦੇ ਹਨ। ਤੁਹਾਨੂੰ ਕਿਸੇ ਥਾਂ ਤੇ ਜਾ ਕੇ ਮੰਗਣ ਦੀ ਲੋੜ ਨਹੀਂ, ਬਸ ਤੁਸੀਂ ਸਾਰਿਆਂ ਦੇ ਸਵਾਮੀ ਜੂ ਬਣ ਜਾਓਗੇ, ਤੁਸੀਂ ਸਾਰਿਆਂ ਦੇ ਗੁਰੂ ਬਣੋਗੇ। ਤੁਸੀਂ ਆ ਕੰਮ ਕਰਨੇ ਹਨ। ਦੋਹਰਾ ਹਾਥ ਬਿਕੇ ਡੰਡਾ ਗਹੋ, ਕਰ ਸਿੱਧਨ ਪ੍ਰਤੀਤ। ਸਾਡੇ ਉੱਪਰ ਸਿੱਧਾ ਉੱਪਰ ਤੁਸੀਂ ਨਿਸ਼ਚਾ ਰੱਖੋ। ਹੱਥ ਦੇ ਅੰਦਰ ਤੁਸੀਂ ਡੰਡਾ ਆਪਣੇ ਹੱਥ ਦੇ ਅੰਦਰ ਰੱਖਣਾ ਕਰੋ, ਸਿੱਧਾ ਉੱਪਰ ਤੁਸੀਂ ਪ੍ਰਤੀਤ ਲੈ ਕੇ ਆਵੋ। ਮਹਾ ਸ਼ਕਤ ਕੋ ਪਾਏ ਹੋ, ਯੋ ਸਗਲਾ ਜਗ ਜੀਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਤੁਸੀਂ ਵੱਡੀ ਸ਼ਕਤੀ ਨੂੰ ਪ੍ਰਾਪਤ ਹੋ ਜਾਓਗੇ, ਔਰ ਤੁਸੀਂ ਇਸ ਵਿਧ ਸਾਰਾ ਜਗਤ, ਸਾਰੇ ਸੰਸਾਰ ਨੂੰ ਤੁਸੀਂ ਜਿੱਤ ਲਵੋਗੇ। ਚੌਪਈ ਮਿਲ ਆਦੇਸ਼ ਕਹੋ ਆਦੇਸੋ, ਤੁਹਾਨੂੰ ਜਦੋਂ ਕੋਈ ਮਿਲੇ ਉਹ ਤੁਹਾਨੂੰ ਆਦੇਸ਼ ਕਵੇ, ਤੇ ਤੁਸੀਂ ਅੱਗੋਂ ਉਸ ਨੂੰ ਆਦੇਸ਼ ਕਰੋ, ਜਿਸ ਵਿਧ ਪਰਸਪਰ ਆਪਸ ਦੇ ਵਿੱਚ ਸਿੱਧ ਲੋਕ ਮਿਲਦੇ ਹਨ। ਸੰਗਤ ਜੀ, ਜਿਸ ਵਿਧ ਮਿਲਣ ਲੱਗਿਆ ਉਹ ਆਪਸ ਦੇ ਅੰਦਰ ਆਦੇਸ਼ ਇੱਕ ਦੂਸਰੇ ਨੂੰ ਕਹਿੰਦੇ ਹਨ। ਕਹਿੰਦੇ ਮਹਾਰਾਜ ਜੀਆਂ ਨੂੰ, ਇਸ ਵਿਧ ਤੁਸੀਂ ਸਾਡੇ ਮੱਤ ਵਿੱਚ ਆ ਜਾਓ। ਜਦੋਂ ਕੋਈ ਸਿੱਧ ਤੁਹਾਨੂੰ ਮਿਲੇ ਉਹ ਤੁਹਾਨੂੰ ਆਦੇਸ਼ ਕਹੇ ਤੇ ਤੁਸੀਂ ਉਸ ਨੂੰ ਆਦੇਸ਼ ਕਹੋ। ਨਾਥ ਨਾਮ ਹੋਏ ਜੁਗ ਜੁਗ ਬੈਸੋ, ਔਰ ਜੁਗਾ ਜਗਾਂਤਰਾਂ ਤੱਕ ਨਾਥ ਤੁਸੀਂ ਆਪਣਾ ਨਾਮ ਧਰਾ ਲਓ, ਔਰ ਸਦਾ ਸਦੀਵੀ ਜਿਰ ਜੀਵੋ। ਜੋਗ ਸੰਜੋਗੀ ਮੈਂ ਸੁਖ ਪਾਵੋ, ਔਰ ਜੋਗੀਆਂ ਦੇ ਇਸ ਇਕੱਠ ਵਿੱਚ ਜੋਗ ਧਾਰਨ ਕਰਕੇ ਤੁਸੀਂ ਵੱਡਾ ਸੁਖ ਪ੍ਰਾਪਤ ਕਰੋਗੇ। ਇਸ ਵਿਧ ਤੁਸੀਂ ਜੋਗ ਧਾਰਨ ਕਰ ਲਵੋਗੇ। ਇਕ ਮਾਈ ਕੇ ਪੂਤ ਕਹਾਵੋ, ਔਰ ਇੱਕ ਮਾਈ ਦੇ ਤੁਸੀਂ ਪੁੱਤਰ ਕਹਾਓਗੇ। ਜੋਗ ਜੁਗਤ ਕੇ ਚੇਲੇ ਮਾਨੀ, ਤੁਹਾਨੂੰ ਸਾਰੇ ਜਿੰਨੇ ਵੀ ਜੋਗ ਜੁਗਤ ਇਤਿਆਦਕ ਹਨ, ਸਾਰਿਆਂ ਦੇ ਜਿਹੜੇ ਤੁਹਾਡੇ ਚੇਲੇ ਮੰਨੇ ਜਾਣਗੇ। ਸਭ ਦੀਵਾਨ ਤੁਮ ਸੇਵਕ ਥਾਨੀ, ਸਾਰੇ ਤੁਹਾਡੀ ਤਾਬਿਆਦਾਰੀ ਵਿੱਚ ਹੋਣਗੇ, ਔਰ ਸਾਰਿਆਂ ਦੇ ਆਗੂ ਤੁਸੀਂ ਹੋਵੋਗੇ। ਤੁਮ ਤੇ ਉੱਪਰ ਹੋਏ ਨਯਾਨਾ, ਤੁਹਾਡੇ ਤੋਂ ਉੱਪਰ ਹੋਰ ਕੋਈ ਵੀ ਨਹੀਂ ਹੋਵੇਗਾ। ਸਭ ਮੈਂ ਬੈਸੋ ਹੋਏ ਪ੍ਰਧਾਨਾ, ਤੁਸੀਂ ਸਾਰਿਆਂ ਦੇ ਵਿੱਚ ਪ੍ਰਧਾਨ ਹੋ ਕੇ ਮਹਾਰਾਜੀਆਂ ਨੂੰ ਕਹਿ ਰਹੇ ਨੇ, ਅਜੇ ਵੀ ਭਰਮਾਉਣ ਤੋਂ ਹਟੇ ਨਹੀਂ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਅਜੇ ਵੀ ਅਖੀਰੀ ਵਾਹ ਇਹੋ ਗੱਲ ਦੀ ਲਾ ਰਹੇ ਨੇ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਹਟੇ ਵੀ ਨਹੀਂ। ਇਹ ਮਹਾਰਾਜ ਜੀਆਂ ਨੂੰ ਉੱਥੋਂ ਵੀ ਛੱਡ ਕੇ, ਜਦੋਂ ਜਿਨ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਮਹਾਰਾਜ ਜਦੋਂ ਅਚਲ ਬਟਾਲੇ ਆਏ, ਇੱਥੇ ਦੁਬਾਰਾ ਫਿਰ ਮਹਾਰਾਜ ਜੀਆਂ ਨੂੰ ਮਿਲੇ ਸਨ। ਅਖੀਰੀ ਵਾਰ ਤੱਕ ਇਸੇ ਕੋਸ਼ਿਸ਼ ਦੇ ਅੰਦਰ ਹੀ ਇਹ ਲੋਕ ਰਹੇ। ਕਹਿੰਦੇ ਜੀ ਚਲੋ ਹੁਣ ਤੁਸੀਂ ਸਾਡੇ ਆਗੂ ਹੀ ਬਣ ਜਾਵੋ। ਦੋਹਰਾ ਲੋਏ ਲੋਏ ਆਸਨ ਕਰੋ, ਸਰਬ ਕਰਾਏ ਭੰਡਾਰ। ਮਹਾਰਾਜ ਜੀਆਂ ਨੂੰ ਲੱਗੇ ਕਹਿਣ, ਹਰ ਇੱਕ ਲੋਕ ਦੇ ਅੰਦਰ ਤੁਸੀਂ ਆਸਣ ਕਰੋ ਤੇ ਸਾਰੇ ਪਾਸੇ ਤੁਹਾਡਾ ਭੰਡਾਰਾ ਚੱਲੇ। ਹੁਕਮ ਮਨਾਵੋ ਜਹਾਂ ਤਹਿ, ਅਸ ਬਿਦ ਕੀ ਜੇਕਾਰ। ਔਰ ਇਸ ਲੋਕ ਵਿੱਚ ਔਰ ਪਰਲੋਕ ਵਿੱਚ, ਭਾਵ ਹਰ ਇੱਕ ਥਾਂ ਤੇ ਤੁਹਾਡਾ ਹੀ ਹੁਕਮ ਚੱਲੇ। ਹੁਕਮ ਮਨਾਵੋ ਜਹਾਂ ਤਹਾਂ, ਹਰ ਪਾਸੇ ਤੁਹਾਡਾ ਹੁਕਮ ਚੱਲੇ, ਔਰ ਇਸ ਵਿਧ ਤੁਸੀਂ ਇਹ ਕਾਰ ਕਮਾਵੋ।
ਸੋਰਠਾ ਸੁਨ ਗੁਰ ਗਿਰਾ ਅਲਾਏ ਕਰਨੋ ਰਿਓ ਨਾ ਹਮੇ ਕੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ। ਪਹਿਲਾਂ ਉਹਨਾਂ ਦੀ ਸਾਰੀ ਗੱਲ ਸਤਿਗੁਰੂ ਮਹਾਰਾਜ ਜੀਆਂ ਨੇ ਸੁਣੀ ਹੈ ਸੰਗਤ ਜੀ। ਮਹਾਰਾਜ ਕਹਿੰਦੇ ਮੈਨੂੰ ਇਸ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਰਹੀ ਗੱਲ ਮੁੰਦਾ ਦੀ, ਉਹ ਮੈਂ ਪਾਈਆਂ ਹੋਈਆਂ ਹਨ। ਰਹੀ ਗੱਲ ਤੁਸੀਂ ਗੋਦੜੀ ਦੀ, ਮਹਾਰਾਜ ਕਹਿੰਦੇ ਮੈਂ ਉਹ ਪਿੰਡੇ ਤੇ ਧਾਰਨ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਪੂਰਬ ਬਨਿਓ ਬਨਾਏ ਅਬ ਨਵੀਨ ਕ੍ਰਿਤ ਕਿਆ ਕਰੇ। ਜੋ ਪਹਿਲਾਂ ਹੀ ਅਸਾਂ ਨੇ ਧਾਰਨ ਕੀਤਾ ਹੋਇਆ ਹੈ, ਮਹਾਰਾਜ ਕਹਿੰਦੇ ਹੁਣ ਨਵੀਂ ਕਿਰਤ ਨਵੀਂ ਪਿਰਤ ਕੀ ਪਾਉਣੀ ਹੈ ਭਾਈ। ਚਲੋ ਜੇ ਨਾ ਪਾਈਆਂ ਹੁੰਦੀਆਂ ਅਸੀਂ ਤਾਂ ਜ਼ਰੂਰ ਅਸੀਂ ਇਹ ਪਾ ਲੈਂਦੇ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਪਹਿਲਾਂ ਹੀ ਪਹਿਨੀਆਂ ਹੋਈਆਂ ਹਨ। ਹੁਣ ਮਹਾਰਾਜ ਜੀ ਜੋ ਸਿੱਧਾਂ ਦੇ ਨਾਲ ਉੱਥੇ ਪਰਸਪਰ ਵਿਚਾਰ ਹੋਈ ਕਿਹੜੀਆਂ ਮੁੰਦਾਂ ਹਨ, ਕਿਹੜਾ ਮਹਾਰਾਜ ਜੀਆਂ ਨੇ ਸੰਤੋਖ ਧਾਰਨ ਕੀਤਾ ਹੈ, ਮਹਾਰਾਜ ਕਿਸ ਨੂੰ ਆਦੇਸ਼ ਕਰ ਰਹੇ ਹਨ, ਆਓ ਉਹ ਸਰਵਣ ਕਰੀਏ। ਸ਼੍ਰੀ ਮੁਖ ਵਾਕ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਮਹਾਰਾਜ ਜੀ ਲੱਗੇ ਦੱਸਣ ਭਾਈ ਮੈਂ ਮੁੰਦਾ ਪਾਈਆਂ ਹਨ। ਵੇਖ ਕੇ ਮਹਾਰਾਜ ਵੱਲ ਲੱਗੇ ਕਹਿਣ ਕਿਹੜੀਆਂ ਮੁੰਦਰਾਂ ਹਨ। ਮਹਾਰਾਜ ਕਹਿੰਦੇ ਭਾਈ ਸੰਤੋਖ ਦੀਆਂ ਮੁੰਦਰਾਂ ਹਨ। ਮੁੰਦਾ ਸੰਤੋਖ ਸਰਮ ਪਤ ਝੋਲੀ ਸਾਡੇ ਕੋਲ ਮਿਹਨਤ ਦੀ ਜੋ ਜੋਗੀ ਲੋਕ ਆਪਣੇ ਕੋਲ ਝੋਲੀ ਰੱਖਦੇ ਹਨ, ਮਹਾਰਾਜ ਕਹਿੰਦੇ ਸਾਡੇ ਕੋਲ ਝੋਲੀ ਹੈ ਸਰਮ ਪਤ, ਮਿਹਨਤ ਦੀ ਝੋਲੀ ਸਾਡੇ ਕੋਲ ਹੈ। ਔਰ ਪਰਿਪੂਰਨ ਪਰਮਾਤਮਾ ਦੇ ਨਾਲ ਸਦੀਵੀ ਜੁੜਿਆ ਹੋਇਆ ਧਿਆਨ ਇਹ ਕੀ ਹੈ, ਵਿਭੂਤ ਹੈ। ਵਿਭੂਤ ਕਿਹਨੂੰ ਕਹਿੰਦੇ ਨੇ? ਸਵਾਹ ਨੂੰ। ਮਹਾਰਾਜ ਕਹਿੰਦੇ ਸਾਡੇ ਕੋਲ ਸਵਾਹ ਹੈ। ਕਾਹਦੀ ਹੈ? ਧਿਆਨ ਦੀ ਸਾਡੇ ਕੋਲ ਸਵਾਹ ਹੈ। ਸੰਤੋਖ ਦੀਆਂ ਮੈਂ ਕੰਨੀ ਮੁੰਦਰਾਂ ਪਾਈਆਂ ਹੋਈਆਂ ਹਨ। ਹਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਮਹਾਰਾਜ ਜੀ ਲੱਗੇ ਕਹਿਣ ਖਿੰਥਾ ਮੌਤ ਦਾ ਡਰ ਸਦੀਵੀ ਰੱਖੋ। ਇਹ ਕੀ ਹੈ? ਇਹ ਗੋਦੜੀ ਤੁਸੀਂ ਧਾਰਨ ਕਰੋ। ਔਰ ਵਕਾਰਾਂ ਦੇ ਵੱਲੋਂ ਆਪਣੇ ਇਸ ਸਰੀਰ ਨੂੰ ਤੁਸੀਂ ਬਚਾ ਕੇ ਰੱਖੋ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਇਸ ਵਿਦ ਤੁਸੀਂ ਇਹ ਜੁਗਤੀ ਧਾਰਨ ਕਰੋ। ਡੰਡਾ ਪ੍ਰਤੀਤ, ਹੱਥ ਦੇ ਅੰਦਰ ਜਿਹੜਾ ਉਹਨਾਂ ਸਿੱਧਾਂ ਦੇ ਕੋਲ ਸੋਟਾ ਹੈ। ਮਹਾਰਾਜ ਕਹਿੰਦੇ ਮੇਰੇ ਹੱਥ ਦੇ ਵਿੱਚ ਵੀ ਸੋਟਾ ਹੈ, ਪਰ ਕਾਹਦਾ ਹੈ? ਡੰਡਾ ਪ੍ਰਤੀਤ, ਪ੍ਰਤੀਤ ਦਾ ਡੰਡਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਮੇਰੇ ਕੋਲ ਇਹ ਸਾਰਾ ਕੁਝ ਜੋ ਤੁਸੀਂ ਮੈਨੂੰ ਧਾਰਨ ਕਰਨ ਵਾਸਤੇ ਕਹਿ ਰਹੇ ਹੋ, ਮੁੰਦਰਾਂ, ਖਿੰਥਾ, ਡੰਡਾ, ਦੇਵ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਭਾਈ ਇਹ ਤਾਂ ਮੇਰੇ ਕੋਲ ਪਹਿਲਾਂ ਹੀ ਸਾਰਾ ਕੁਝ ਹੈ। ਭਾਈ ਤੁਸੀਂ ਇਹ ਸਾਰਾ ਇਹ ਤੁਸੀਂ ਧਾਰਨ ਕਰੋ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਈ ਪੰਥੀ, ਇਹਨਾਂ ਦੇ ਜਿਹੜੇ 12 ਫਿਰਕੇ ਨੇ, ਇਹਨਾਂ ਵਿੱਚੋਂ ਆਈ ਪੰਥੀ ਨੂੰ ਸਾਰਿਆਂ ਨਾਲੋਂ ਸਰਵੋਤਮ ਮੰਨਦੇ ਹਨ। ਆਈ ਪੰਥੀ ਸਗਲ ਜਮਾਤੀ, ਮਹਾਰਾਜ ਕਹਿੰਦੇ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਨੂੰ ਤੱਕਣਾ ਇਹ ਕੀ ਹੈ? ਸਗਲ ਜਮਾਤੀ, ਵੀ ਇੱਕ ਜਮਾਤ ਦੇ ਵਿਦਿਆਰਥੀ ਹਾਂ। ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਨੂੰ ਵੇਖਣਾ ਇਹ ਹੈ ਆਈ ਪੰਥੀ। ਉਸ ਪਰਿਪੂਰਨ ਪਰਮਾਤਮਾ ਦੇ ਧਿਆਨ ਹਿਰਦੇ ਵਿੱਚ ਰੱਖਦਿਆਂ ਸਾਰਿਆਂ ਪਾਸੇ ਇੱਕ ਪਰਿਪੂਰਨ ਪਰਮਾਤਮਾ ਦੇ ਪਸਾਰੇ ਨੂੰ ਵੇਖਣਾ। ਮਨ ਜੀਤਾ ਜਗ ਜੀਤ। ਮਹਾਰਾਜ ਕਹਿੰਦੇ ਭਾਈ ਮੈਂ ਕੀ ਜਗਤ ਨੂੰ ਜਿੱਤਣਾ ਹੈ? ਜਿਨੇ ਅੰਦਰ ਨੂੰ ਜਿੱਤ ਲਿਆ ਭਾਈ ਉਹ ਹੀ ਜਗਜੀਤ ਕਹੀਏ। ਭਾਈ ਉਹਨੇ ਜਗਤ ਨੂੰ ਜਿੱਤ ਲਿਆ। ਆਦੇਸ਼ ਤਿਸੇ ਆਦੇਸ਼। ਸਤਿਗੁਰੂ ਜੀ ਲੱਗੇ ਕਹਿਣ ਭਾਈ ਸਾਡੀ ਨਮਸਕਾਰ ਹੈ। ਆਦੇਸ਼ ਤਿਸਾ ਆਦੇਸ਼, ਸਾਡੀ ਉਹਨੂੰ ਬਾਰੰਬਾਰ ਬੰਦਨਾ ਹੈ। ਕਿਸ ਨੂੰ? ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹ ਪਰਿਪੂਰਨ ਪਰਮਾਤਮਾ ਜੋ ਆਦ ਤੋਂ ਹੈ। ਅਨੀਲ ਕਹੀਏ ਉਸ ਪਰਮਾਤਮਾ ਨੂੰ ਕੋਈ ਮੈਲ ਨਹੀਂ ਹੈ। ਉਹ ਪਰਿਪੂਰਨ ਪਰਮਾਤਮਾ ਜਿਸ ਦਾ ਮੁੱਢ ਵੀ ਕੋਈ ਨਹੀਂ ਹੈ। ਵੀ ਜੇ ਹੈ ਆਦ ਤੋਂ ਕਦੋਂ ਤੋਂ ਹੈ ਕੋਈ ਬਿਆਨ ਨਹੀਂ ਕਰ ਸਕਦਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਮ ਤੌਰ ਤੇ ਸਮੇਂ ਦੇ 3 ਕਾਲ ਨੇ ਨਾ।
ਵਰਤਮਾਨ ਜਿਹੜਾ ਚੱਲ ਰਿਹਾ, ਜਿਹੜਾ ਲੰਘ ਗਿਆ ਹੈ ਜਾਂ ਜਿਹੜਾ ਫਿਊਚਰ ਆਏਗਾ। ਪਰ ਮਹਾਰਾਜ ਜੀ ਨੇ ਇੱਥੇ ਚਾਰਾਂ ਦੀ ਗੱਲ ਕੀਤੀ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਚਾਰਾਂ ਦੀ ਗੱਲ ਕੀਤੀ ਗੁਰਦੇਵ ਜੀ ਨੇ। ਆਦ ਉਹ ਜੋ ਸ਼ੁਰੂ ਤੋਂ ਹੈ, ਆਦ ਅਨੀਲ ਅਨਾਦ ਅਨਾਹਤ, ਜਿਹੜਾ ਨਾਸ਼ ਰਹਿਤ ਪਰਿਪੂਰਨ ਪਰਮਾਤਮਾ ਹੈ। ਔਰ ਜਿਹਦਾ ਸਦਾ ਜੁਗ ਜੁਗ ਏਕੋ ਵੇਸ਼, ਜਿਹੜਾ ਜੁਗਾ ਜੁਗਾਂਤਰਾਂ ਤੋਂ ਇੱਕੋ ਵੇਸ਼ ਜਿਸ ਸਾਹਿਬ ਦਾ ਹੈ। ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜੇ ਨਾਦ। ਜਿਹੜੇ ਇਹ ਸਿੱਧ ਲੋਕ ਨੇ ਨਾ ਸਾਧ ਸੰਗਤ ਜੀ, ਇਹ ਵਾਜੇ ਨਾਦ, ਘਟ ਘਟ ਵਾਜੇ ਨਾਦ, ਇਹ ਇੱਕ ਸਿੰਘੀ ਵਜਾਉਂਦੇ ਰਹਿੰਦੇ ਹਨ ਭੋਜਨ ਛਕਣ ਵੇਲੇ। ਸਤਿਗੁਰੂ ਮਹਾਰਾਜ ਜੀਆਂ ਨੇ ਉੱਥੇ ਬਚਨ ਕੀਤੇ, ਭੁਗਤ ਗਿਆਨ। ਗਿਆਨ ਨੂੰ ਤੁਸੀਂ ਭੁਗਤ ਭੁਗਤ ਕਹੀਏ, ਲੰਗਰ ਲੰਗਰ ਚੂਰਮਾ। ਮਹਾਰਾਜ ਕਹਿੰਦੇ ਭੁਗਤ ਗਿਆਨ, ਗਿਆਨ ਨੂੰ ਤੁਸੀਂ ਭੁਗਤ ਬਣਾਓ, ਚੂਰਮਾ ਬਣਾਓ। ਦਇਆ ਭੰਡਾਰਨ, ਭੰਡਾਰਨ ਜਿਹੜਾ ਵਰਤਾਵਾ ਹੋਵੇ ਉਹਨੂੰ ਭੰਡਾਰਨ ਕਹਿੰਦੇ ਹਨ, ਜਿਹੜਾ ਲੰਗਰ ਵਰਤਾਉਣ ਵਾਲਾ ਹੋਵੇ। ਦਇਆ ਮਹਾਰਾਜ ਕਹਿੰਦੇ ਆਪਣੇ ਕੋਲ, ਤੁਹਾਡੇ ਕੋਲ ਗਿਆਨ ਹੋਵੇ, ਦਇਆ ਭੰਡਾਰਨ ਹੋਵੇ। ਘਟ ਘਟ ਵਾਜੈ ਨਾਦ, ਹਰ ਇੱਕ ਹਿਰਦੇ ਦੇ ਅੰਦਰ ਸਾਹਿਬ ਦਾ ਵਾਸਾ ਹੈ, ਇਹ ਜਾਣ ਲਈਏ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਉਸ ਸਾਹਿਬ ਨੇ ਸਾਰਿਆਂ ਦੇ ਸਿਰ ਦੇ ਉੱਪਰ ਆਪ ਨਾਥ, ਜਿਹੜਾ ਸਾਰਿਆਂ ਦਾ ਖਸਮ ਹੈ, ਉਹ ਪਰਿਪੂਰਨ ਪਰਮਾਤਮਾ। ਰਿੱਧ ਸਿੱਧ ਅਵਰਾ ਸਾਧ, ਮਹਾਰਾਜ ਕਹਿੰਦੇ ਜਿਹੜੀਆਂ ਆ ਤੁਹਾਡੇ ਕੋਲ ਨਾਟਕ ਚੇਟਕ ਜੇ ਇਕੱਠੇ ਕਰੀ ਫਿਰਦੇ ਹੋ ਨਾ ਤੁਸੀਂ, ਇੰਨਾ ਚਿਰ ਸਾਧਨਾ ਸਾਧ ਕੇ, ਇਹ ਅਵਰਾ ਸਾਧ, ਇਹਨਾਂ ਦਾ ਤਾਂ ਕੋਈ ਲੇਖਾ ਪੈਂਦਾ ਹੀ ਨਹੀਂ। ਇਹਨਾਂ ਨੇ ਜਿਵੇਂ ਜਿਵੇਂ ਸਾਧ ਸੰਗਤ ਜਿਉ ਰਿੱਧੀਆਂ ਸਿੱਧੀਆਂ ਇਹਨਾਂ ਨੇ ਇਕੱਠੀਆਂ ਕੀਤੀਆਂ, ਇਹਨਾਂ ਦੀਆਂ ਜਿਹੜੀਆਂ ਵੱਖ-ਵੱਖ ਰਿੱਧੀਆਂ ਸਿੱਧੀਆਂ ਮੰਨੀਆਂ ਜਾਂਦੀਆਂ ਹਨ, ਅਨੀਮਾ, ਲਘੀਮਾ, ਮਹਿਮਾ, ਆਪਣੇ ਆਪ ਨੂੰ ਅਣੂ ਤੋਂ ਛੋਟਾ ਕਰ ਲੈਣਾ, ਭਾਰਾ ਕਰ ਲੈਣਾ, ਵੱਡਾ ਕਰ ਲੈਣਾ। ਮਹਾਰਾਜ ਕਹਿੰਦੇ ਰਿੱਧ ਸਿੱਧ ਅਵਰਾ ਸਾਧ, ਇਹ ਤਾਂ ਅਵਰਾ ਸਾਧ ਹੋਰ ਹੀ ਰਸ ਹਨ ਸਾਹਿਬ ਦੇ ਘਰ ਤੋਂ, ਜੋ ਦੂਰ ਕਰਨ ਵਾਲੇ ਹਨ ਇਹ ਨਾਟਕ ਚੇਟਕ। ਮਹਾਰਾਜ ਜੀ ਨੇ ਉੱਥੇ ਬਚਨ ਕਰਕੇ ਸਮਝਾਇਆ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਸਾਹਿਬ ਦੇ ਘਰ ਨਾਲ ਮਿਲ ਜਾਣਾ ਸੰਜੋਗ, ਉਹਦੇ ਘਰ ਨਾਲੋਂ ਵਿਛੜ ਜਾਣਾ ਵਿਜੋਗ। ਦੋ ਤਰੀਕੇ ਨਾਲ ਅਰਥ ਕੀਤੇ। ਸਾਹਿਬ ਦੇ ਘਰ ਨਾਲ ਜੁੜ ਜਾਣਾ ਤਥਾ ਸਾਹਿਬ ਦੇ ਘਰ ਨਾਲੋਂ ਟੁੱਟ ਜਾਣਾ। ਦੂਸਰਾ, ਇਸ ਸਰੀਰ ਦੇ ਅੰਦਰ ਜੀਵਾਤਮਾ ਦਾ ਮਿਲ ਜਾਣਾ ਸੰਜੋਗ, ਜੀਵਾਤਮਾ ਦਾ ਵਿਛੜ ਜਾਣਾ ਵਿਜੋਗ। ਸੰਜੋਗ ਵਿਜੋਗ ਦੋ ਕਾਰ ਚਲਾਵੇਂ, ਇਹ ਕਾਰ ਚਲਾ ਰਹੇ ਹਨ ਸੰਸਾਰ ਦੀ ਕਾਰ। ਲੇਖੈ ਆਵੇਂ ਭਾਗ ਤਥਾ ਜੋ ਜੋ ਆਪੋ ਆਪਣੇ ਕਿਸੇ ਦੇ ਕਰਮਾਂ ਦਾ ਹੈ, ਉਹ ਉਹਦੀ ਝੋਲੀ ਵਿੱਚ ਮਾਲਕ ਪਾ ਦਿੰਦਾ ਹੈ। ਲੇਖੇ ਆਵੇਂ ਭਾਗ, ਉਹਦੀ ਝੋਲੀ ਵਿੱਚ ਪੈ ਗਿਆ। ਆਦੇਸ ਤਿਸੈ ਆਦੇਸ। ਨਮਸਕਾਰ ਹੈ, ਬੰਦਨਾ ਹੈ। ਮਹਾਰਾਜ ਕਹਿੰਦੇ ਭਾਈ ਸਾਡੀ ਉਸ ਸਾਹਿਬ ਦੇ ਅੱਗੇ। ਆਦਿ ਅਨੀਲੇ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਹ ਸਾਹਿਬ ਜੋ ਆਦ ਤੋਂ ਹੈ, ਅਨੀਲ ਵਕਾਰਾਂ ਤੋਂ ਰਹਿਤ ਹੈ। ਆਦ ਅਨੀਲ ਅਨਾਹਦ ਮੁੱਢ ਤੋਂ ਹੈ, ਅਨਾਹਤ ਕਹੀਏ ਨਾਸ਼ ਤੋਂ ਰਹਿਤ ਹੈ, ਜਿਹਦਾ ਸਦੀਵੀ ਜੁਗ ਜੁਗ ਏਕੋ ਵੇਸ, ਜਿਸ ਸਾਹਿਬ ਦਾ ਸਦੀਵੀ ਇੱਕੋ ਜੁਗਾ ਜਗੰਤਰਾਂ ਤੋਂ ਵੇਸ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਮਾਈ ਜਿਹਦੇ ਤਿੰਨ ਪੁੱਤਰ, ਤਿੰਨ ਚੇਲੇ ਪਰਵਾਨ। ਵਿਸ਼ਨੂੰ, ਮਹੇਸ਼ ਤਥਾ ਸ਼ਿਵ ਜੀ, ਜਿਹਦੇ ਤਿੰਨ ਭਾਵ ਪੁੱਤਰ ਪੈਦਾ ਹੋਏ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਜਿਹਨੇ ਸੰਸਾਰੀ, ਜਿਨ੍ਹਾਂ ਨੇ ਭਾਵ ਜੀਵ ਪੈਦਾ ਕੀਤੇ। ਇੱਕ ਜਿਨ੍ਹਾਂ ਫਿਰ ਜੀਵ ਪਾਲੇ, ਤਥਾ ਇੱਕ ਨਾਸ਼ ਕਰਨ ਵਾਲਾ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਜਿਵੇਂ ਉਸ ਸਾਹਿਬ ਜੀਆਂ ਨੂੰ ਕਾਰ ਚੰਗੀ ਲੱਗਦੀ ਹੈ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਉਸੇ ਤਰ੍ਹਾਂ ਹੀ ਸਾਹਿਬ ਇਸ ਸੰਸਾਰ ਦੀ ਕਾਰ ਨੂੰ ਉਹ ਪਰਿਪੂਰਨ ਪਰਮਾਤਮਾ ਖੁਦ ਚਲਾ ਰਿਹਾ ਹੈ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਓ
ਪਰਿਪੂਰਨ ਪਰਮਾਤਮਾ ਉਹ ਵੇਖੈ, ਉਹ ਵੇਖ ਰਿਹਾ ਹੈ, ਉਹ ਤਾਂ ਸਾਰਿਆਂ ਨੂੰ ਵੇਖ ਰਿਹਾ ਹੈ, ਉਹਨਾਂ ਨਜ਼ਰ ਨਾ ਆਵੇ ਜੀਆਂ ਨੂੰ, ਆਪਾਂ ਨੂੰ ਵਿਖਾਈ ਨਹੀਂ ਦੇ ਰਿਹਾ। ਬਹੁਤਾ ਇਹੋ ਵਡਾਣ ਕਹੀਏ ਅਸਚਰਜ ਜਿਹੀ ਗੱਲ, ਸਭ ਤੋਂ ਵੱਡੀ ਅਸਚਰਜ ਗੱਲ ਇਹੋ ਹੈ, ਉਹ ਸਾਹਿਬ ਸਾਨੂੰ ਵੇਖ ਰਿਹਾ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਉਹਨਾਂ ਨੂੰ ਭਾਵ ਜੀਆਂ ਨੂੰ ਨਜ਼ਰ ਨਹੀਂ ਆਉਂਦਾ। ਆਦੇਸ ਤਿਸੈ ਆਦੇਸ, ਆਦਿ ਅਨੀਲੇ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ। ਨਮਸਕਾਰ ਹੈ ਆਦੇਸ਼ ਤਿਸਾ ਆਦੇਸ਼, ਉਸ ਪਰਿਪੂਰਨ ਪਰਮਾਤਮਾ ਜੀ ਨੂੰ ਨਮਸਕਾਰ ਹੈ, ਸਾਡੀ ਨਮਸਕਾਰ ਹੈ, ਜੋ ਮੁੱਢ ਤੋਂ ਹੈ, ਅਨੀਲ ਕਈਏ ਵਕਾਰਾਂ ਤੋਂ ਰਹਿਤ ਹੈ, ਉਹ ਨਾਸ਼ ਤੋਂ ਰਹਿਤ, ਐਸੇ ਸਾਹਿਬ ਨੂੰ ਸਾਡੀ ਨਮਸਕਾਰ ਹੈ। ਸਤਿਗੁਰੂ ਜੀ ਦੇ ਸਾਵੇਂ ਗੋਰਖਨਾਥ ਜੀ ਬੈਠੇ ਹਨ, ਹੋਰ ਵੀ ਸਾਰੇ ਸਿੱਧ ਬੈਠੇ ਹਨ, ਜਿਨ੍ਹਾਂ ਨੇ ਗੁਰਦੇਵ ਜੀਆਂ ਨੂੰ ਇਹ ਬਚਨ ਕੀਤੇ ਕਿ ਸਾਹਿਬ ਜੀ ਤੁਸੀਂ ਆਹ ਸਾਰਾ ਕੁਝ ਮੁੰਦਰਾ ਤੁਸੀਂ ਕੰਨਾਂ ਵਿੱਚ ਪਾਵੋ, ਆਪਣੇ ਪਿੰਡੇ ਤੇ ਤੁਸੀਂ ਇਹ ਖਿੰਥੜ ਗੋਦੜੀ ਤੁਸੀਂ ਹੰਡਾਵੋ, ਝੂੜੀ ਤੁਸੀਂ ਪਾਵੋ। ਤੇ ਸਾਹਿਬ ਜੀਆਂ ਨੇ ਉਹਨਾਂ ਦੇ ਉੱਤਰ ਦੇ ਅੰਦਰ ਜੋ ਆਪਾਂ ਰੋਜ਼ਾਨਾ ਜਪਜੀ ਸਾਹਿਬ ਦੇ ਅੰਦਰ ਇਹ ਪਾਵਨ ਪਵਿੱਤਰ ਬਚਨ ਪੜ੍ਹਨੇ ਹਾਂ, ਮਹਾਰਾਜ ਜੀਆਂ ਨੇ ਇਹ ਸਰਵਣ ਕਰਵਾਈਆਂ ਪੌੜੀਆਂ। ਮਹਾਰਾਜ ਜੀਆਂ ਨੇ ਫਿਰ ਚੌਥੀ ਪੌੜੀ ਕਹੀ ਹੈ, ਆਸਣ ਲੋਏ ਲੋਏ ਭੰਡਾਰ। ਉਸ ਪਰਿਪੂਰਨ ਪਰਮਾਤਮਾ ਦਾ ਆਸਣ ਲੋਏ ਲੋਏ, ਹਰ ਇੱਕ ਲੋਕ ਦੇ ਅੰਦਰ ਉਸ ਸਾਹਿਬ ਦਾ ਆਸਣ ਧਰਿਆ ਹੋਇਆ ਹੈ। ਜੋ ਕਿਛ ਪਾਇਆ ਸੋ ਏਕਾ ਵਾਰ, ਉਹਦੇ ਜਿਹੜੇ ਭੰਡਾਰੇ ਭਰੇ ਹੋਏ ਹਨ, ਜੋ ਕਿਛ ਪਾਇਆ ਉਹਨੇ, ਜੋ ਵੀ ਉਹਨਾਂ ਭੰਡਾਰਿਆਂ ਦੇ ਅੰਦਰ ਪਾਇਆ, ਏਕਾ ਵਾਰ ਕਹੀਏ ਇੱਕੋ ਵਾਰ ਹੀ ਪਾ ਦਿੱਤਾ ਹੈ। ਤਥਾ ਜਿਹੜੇ ਉਹਦੇ ਸਾਹਿਬ ਦੇ ਭੰਡਾਰੇ ਹਨ ਉਹ ਉਸੇ ਤਰ੍ਹਾਂ ਭਰੇ ਹੋਏ ਹਨ। ਕਦੋਂ ਤੋਂ ਦੁਨੀਆ ਉਹਨਾਂ ਨੂੰ ਖਾ ਰਹੀ ਹੈ, ਉਹਨਾਂ ਭੰਡਾਰਿਆਂ ਨੂੰ, ਉਹ ਕਦੇ ਵੀ ਖਤਮ ਨਹੀਂ ਹੋਏ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਦੇ ਭੰਡਾਰੇ ਭਰੇ ਹੋਏ ਹਨ, ਉਸੇ ਤਰ੍ਹਾਂ ਹੀ ਭਰੇ ਹਨ। ਕਰ ਕਰ ਵੇਖੈ ਸਿਰਜਣਹਾਰ, ਉਹ ਆਪ ਹੀ ਜੀਆਂ ਨੂੰ ਪੈਦਾ ਕਰਕੇ ਕਰ ਕਰ ਵੇਖੈ, ਉਹ ਵੇਖਦਾ ਵੀ ਹੈ। ਵੇਖੈ ਕਹੀਏ ਉਹ ਵੇਖਣ ਵਾਲਾ ਹੈ, ਵੇਖਣ ਵਾਲਾ ਸੰਭਾਲਣ ਵਾਲਾ ਹੈ। ਜਿਵੇਂ ਆਪਾਂ ਸੋਹਿਲਾ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਬਚਨ ਪੜ੍ਹਨੇ ਹਾਂ ਕਿ ਉਹ ਸਾਹਿਬ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀਆਂ ਨਾ। ਅੱਗੇ ਪੜੋ ਗੁਰਮੁਖੋ, ਦੇਖਾਗਾ ਦੇਵਨਹਾਰ, ਦੇਖਾਗਾ ਉਹ ਆਪ ਸੰਭਾਲ ਕਰਨ ਵਾਲਾ ਵੀ, ਜੋ ਦੇਵਨਹਾਰ ਹੈ ਉਹ ਦੇਖੇਗਾ ਵੀ। ਵੇਖੇਗਾ ਦਾ ਭਾਵ ਉਹ ਸੰਭਾਲਣ ਵਾਲਾ ਵੀ ਆਪ ਹੈ। ਕਰ ਕਰ ਵੇਖੈ ਸਿਰਜਨਹਾਰ, ਸਿਰਜਨਹਾਰਾ ਪੈਦਾ ਕਰ ਕਰਕੇ ਸੰਭਾਲਦਾ ਵੀ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਇਹ ਭਾਈ ਉਹਦੀ ਪਰਿਪੂਰਨ ਪਰਮਾਤਮਾ ਦੀ ਇਹ ਕਾਰ ਕਹੀਏ ਸੱਚੀ ਹੈ। ਆਦੇਸ ਤਿਸੈ ਆਦੇਸ, ਨਮਸਕਾਰ ਹੈ ਉਸ ਸਾਹਿਬ ਨੂੰ, ਪਰਿਪੂਰਨ ਪਰਮਾਤਮਾ ਨੂੰ। ਆਦਿ ਅਨੀਲੇ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ। ਉਸ ਸਾਹਿਬ ਸਦੀਵੀ ਹੈ, ਮੁੱਢ ਤੋਂ ਰਹਿਤ ਹੈ, ਜੁਗਾਂ ਜਗਾਂਤਰਾਂ ਤੋਂ ਹੈ, ਮੈਲ ਤੋਂ ਰਹਿਤ ਤਥਾ ਨਾਸ਼ ਤੋਂ ਰਹਿਤ, ਐਸੇ ਸਾਹਿਬ ਨੂੰ ਸਾਡੀ ਨਮਸਕਾਰ ਹੈ, ਜਿਹਦਾ ਜੁਗਾਂ ਜਗਾਂਤਰਾਂ ਤੋਂ ਇੱਕੋ ਵੇਸ਼ ਹੈ। ਚੌਪਈ ਗੁਰ ਕੀ ਬਚਨ ਸੁਨੇ ਗੋਰਖ ਜਬ, ਜਦੋਂ ਸਾਹਿਬ ਜੀਆਂ ਦੇ ਇਹ ਪਾਵਨ ਪਵਿੱਤਰ ਮਹਾਰਾਜ ਜੀਆਂ ਨੇ ਮੰਤਰ ਮੁਗਧ ਹੋ ਕਰਕੇ ਸਤਿਗੁਰੂ ਮਹਾਰਾਜ ਜੀਆਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਕਹੇ। ਸਾਧ ਸੰਗਤ ਜੀਓ, ਸ਼ਬਦ ਜਿੰਨੇ ਡੂੰਘਾਈ ਤੋਂ ਚੱਲਣ ਓਨੇ ਹੀ ਤਿੱਖੇ ਹੋ ਕੇ ਇਹ ਸ਼ਬਦ ਚੱਲਦੇ ਹਨ। ਸਤਿਕਾਰਯੋਗ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹਨਾਂ ਪਾਸੋਂ ਵੀ ਇੱਕ ਦਿਨ ਭਾਈ ਹੀਰਾ ਸਿੰਘ ਰਾਗੀ ਹੋਏ ਹਨ। ਸਿੱਖ ਪੰਥ ਦੇ ਅੰਦਰ ਬੜੀ ਭਾਵਨੀ ਵਾਲੇ ਇਹ ਗੁਰੂ ਕੇ ਪਿਆਰੇ ਰਾਗੀ ਸਿੰਘ ਸਨ। ਬੜਾ ਲੰਮਾ ਸਮਾਂ ਇਹਨਾਂ ਨੇ ਸਾਧ ਸੰਗਤ ਜੀਓ ਭਾਈ ਵੀਰ ਸਿੰਘ ਜੀਆਂ ਦੀ ਪ੍ਰਿੰਟਿੰਗ ਪ੍ਰੈਸ ਸੀ, ਵਜ਼ੀਰ ਹਿੰਦ ਪ੍ਰੈਸ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ।
ਉੱਥੇ ਵੀ ਇਹਨਾਂ ਨੇ ਲੰਮਾ ਸਮਾਂ ਸੇਵਾ ਕੀਤੀ। ਕੁਝ ਇੱਕ ਸਮਾਂ ਮਹਾਂਪੁਰਸ਼ਾਂ ਦੇ ਕੋਲ ਆਏ। ਪੰਥ ਦੇ ਅੰਦਰ ਬੜਾ ਨਾਮਣਾ ਭਾਈ ਹੀਰਾ ਸਿੰਘ ਜੀ ਦਾ। ਇਹਨਾਂ ਨੇ ਪੁੱਛਿਆ ਸੀ ਸੰਤਾਂ ਪਾਸੋਂ ਕਿ ਜਦੋਂ ਕੋਈ ਕਥਾਕਾਰ ਜਾਂ ਕੋਈ ਵੀ ਰਾਗੀ ਢਾਡੀ ਇਸ ਬਿਧ ਬਚਨ ਕਰਦਾ ਹੈ, ਅਸੀਂ ਬਚਨ ਕਰੀਏ ਸੰਗਤ ਦੇ ਅੰਦਰ ਵੀ ਸੰਗਤ ਨੂੰ ਪ੍ਰੇਰੀਏ ਵੀ ਖੰਡੇ ਬਾਟੇ ਦੀ ਪੌਲ ਛਕੋ, ਔਰ ਤੁਹਾਡੇ ਪ੍ਰੇਰਣ ਦੇ ਅੰਦਰ ਸਾਡੇ ਪ੍ਰੇਰਣ ਦੇ ਅੰਦਰ ਘਾਟ ਕਿੱਥੇ ਰਹਿ ਜਾਂਦੀ ਹੈ। ਤੁਹਾਡੇ ਆਖਿਆਂ 10-10 ਹਜ਼ਾਰ ਦਾ ਇਕੱਠ ਹੋ ਜਾਂਦਾ ਹੈ, ਤੁਸੀਂ ਇਸ ਬਿਧ ਪ੍ਰੇਰਦੇ ਹੋ। ਤੇ ਸਹਿਜ ਸੁਭਾਗ ਸੰਤਾਂ ਦਾ ਬਚਨ ਸੀ ਕਿ ਹੇ ਭਾਈ, ਇਹ ਜਿਹੜੇ ਸ਼ਬਦ ਹਨ ਜਿੰਨੀ ਡੂੰਘਾਈ ਤੋਂ ਚੱਲਣ ਓਨੇ ਤਿੱਖੇ ਹੋ ਕੇ ਚੱਲਦੇ ਹਨ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਆਪ ਜੀਆਂ ਦੇ ਘਰ ਵਿੱਚ ਆਇਆ ਹੈ, ਇੱਕ ਪੁੱਛਣਾ ਆਓ ਜੀ ਜਲ ਪਾਣੀ ਪੀਓ, ਉਪਰੋਂ ਉਪਰੋਂ ਪੁੱਛਣਾ, ਇੱਕ ਪ੍ਰੇਮ ਸਹਿਤ ਪੁੱਛਣਾ, ਦੋਵਾਂ ਦਾ ਫਰਕ ਹੁੰਦਾ ਹੈ। ਜਿੰਨੀ ਕੋਈ ਹਿਰਦੇ ਦੀ ਗਹਿਰਾਈ ਤੋਂ ਉਸ ਨੂੰ ਪ੍ਰੇਮ ਨਾਲ ਪੁੱਛੇਗਾ। ਸ਼ਬਦ ਜਿੰਨੀ ਇਉਂ ਕਹਿ ਲਈਏ, ਸ਼ਬਦ ਜਿੰਨਾ ਡੂੰਘਾਈ ਤੋਂ ਚੱਲੇਗਾ ਓਨੀ ਦੂਰ ਤੱਕ ਮਾਰ ਕਰੇਗਾ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੀ ਰਸਨਾ ਤੋਂ ਹੁਣ ਜਿਹੜੇ ਸ਼ਬਦ ਚੱਲੇ ਹੋਣਗੇ, ਕਿਉਂ ਨਾ ਫਿਰ ਜਿਹੜੇ ਸੱਜਣ ਠੱਗ ਵਰਗੇ ਸਨ ਉਹਨਾਂ ਦਾ ਜੀਵਨ ਕਿਉਂ ਨਹੀਂ ਸੀ ਤਬਦੀਲ ਹੋਣਾ। ਮਹਾਰਾਜ ਜੀਆਂ ਨੇ ਇੱਕੋ ਵਾਰ ਜਿਹੜੇ ਸ਼ਬਦ ਗਾਏ, ਸਤਿਗੁਰੂ ਜੀਆਂ ਦੇ ਨਿਆਲੇ ਤੀਰ ਸ਼ਬਦ ਦੇ ਸਾਵੇਂ ਉਹ ਵਿਛਦੇ ਗਏ। ਜਦੋਂ ਸਤਿਗੁਰੂ ਜੀਆਂ ਨੇ ਇਹ ਪਾਵਨ ਪਵਿੱਤਰ ਬਚਨ ਕਹੇ, ਉਨ ਬੂਜਨ ਇਤ ਬੋਲਤ ਪਾਤਬ, ਮਹਾਰਾਜ ਜੀਆਂ ਨੂੰ ਫਿਰ ਉਹਨੇ ਪੁੱਛ ਲਿਆ ਗੋਰਖ ਜੀ ਨੇ, ਕਿਉਂ ਕਰ ਤੁਮ ਏਠਾਂ ਚੱਲ ਆਏ। ਕਿਉਂ ਇਸ ਥਾਂ ਤੇ, ਚਲੋ ਤੁਸੀਂ ਦੱਸ ਦਿਓ ਇਸ ਥਾਂ ਤੇ ਕਿਉਂ ਆਏ ਹੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਮਾਂ ਲੱਗੇ ਸਾਧ ਸੰਗਤ ਜੀ, ਆਪ ਜੀਆਂ ਦਾ ਜ਼ਰੂਰ ਸਿੱਧ ਗੋਸ਼ਟ ਦੀ ਬਾਣੀ ਦਾ ਪਾਠ ਆਪ ਜੀਆਂ ਨੇ ਜ਼ਰੂਰ ਕਰਨਾ। ਸੈਂਚੀ ਸਾਹਿਬ ਤੋਂ ਜਾਂ ਘਰ ਦੇ ਅੰਦਰ ਪ੍ਰੇਮ ਸਹਿਤ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੂ, ਤਿਸ ਆਗੈ ਰਹਿ ਰਾਸ ਹਮਾਰੀ, ਸਾਚਾ ਅਪਰਪਾਰੋ। ਜਿੱਥੋਂ ਇਹ ਆਰੰਭ ਹੁੰਦੇ ਹਨ। ਮਹਾਰਾਜ ਜੀਆਂ ਨੂੰ ਪ੍ਰਸ਼ਨ ਪੁੱਛਿਆ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਪ੍ਰਸ਼ਨ ਉੱਥੇ ਪੁੱਛਦੇ ਹਨ, ਸਤਿਗੁਰੂ ਜੀ ਉਹਨਾਂ ਦੇ ਉੱਤਰ ਵੀ ਦਿੰਦੇ ਹਨ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਨੇ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲਗਾਵੋ ਪਾਰੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵਣਜਾਰੇ। ਮਹਾਰਾਜ ਜੀ ਉਹਨਾਂ ਨੂੰ ਪੁੱਛਿਆ ਵੀ ਚਲੋ ਅਸੀਂ ਤਾਂ ਆਏ ਹਾਂ, ਤੁਸੀਂ ਇਸ ਥਾਂ ਤੇ ਕਿਉਂ ਆਏ ਹੋ। ਕੌਣ ਮਨੋਰਥ ਦਿਓ ਬਤਾਏ, ਤੁਹਾਡਾ ਮਨੋਰਥ ਕੀ ਹੈ ਸਾਨੂੰ ਦੱਸ ਦਿਓ। ਸੋ ਮੈਂ ਕਰੋ ਸੰਪੂਰਨ ਤੁਮਰੋ। ਗੋਰਖ ਜੀ ਲੱਗੇ ਕਹਿਣ ਵੀ ਚਲੋ ਤੁਹਾਡਾ ਕੋਈ ਮਨੋਰਥ ਤਾਂ ਹੋਏਗਾ, ਮੈਂ ਤੁਹਾਡਾ ਮਨੋਰਥ ਪੂਰਾ ਕਰ ਦੇਣਾ ਹਾਂ। ਚਲੋ ਤੁਸੀਂ ਆਪਣਾ ਮਨੋਰਥ ਮੈਨੂੰ ਦੱਸ ਦਿਓ। ਸਾਚ ਬਚਨ ਏ ਮਾਨੋ ਹਮਰੋ, ਸਾਡਾ ਬਚਨ ਤੁਸੀਂ ਸੱਚਾ ਮੰਨੋ। ਸ਼੍ਰੀ ਗੁਰ ਕੈ ਮਨੋਰਥ ਮੇਰੇ। ਮਹਾਰਾਜ ਜੀ ਕਹਿੰਦੇ ਚਲੋ ਤੁਸੀਂ ਪੁੱਛ ਹੀ ਲੈਣਾ ਮੇਰਾ ਮਨੋਰਥ। ਮਹਾਰਾਜ ਆਪਣਾ ਮਨੋਰਥ ਦੱਸਦੇ ਹਨ ਉੱਥੇ ਜਾਣ ਦਾ। ਮਹਾਰਾਜ ਜੀ ਲੱਗੇ ਕਹਿਣ, ਸਤਿਗੁਰ ਪੂਰੇ ਹੈ ਇੱਕ ਬੇਰੇ, ਜੋ ਪਰਿਪੂਰਨ ਪਰਮਾਤਮਾ ਸਰਬ ਕਲਾ ਸਮਰੱਥ ਹੈ। ਦੀਖਿਆ ਲੀਜੇ ਜੇ ਤੁਮ ਚਾਈ, ਜੇ ਤੁਸੀਂ ਚਾਹੁੰਦੇ ਹੋ ਤੁਸੀਂ ਉਸ ਸਾਹਿਬ ਦੇ ਘਰੋਂ ਦਿਖਿਆ ਤੁਸੀਂ ਵੀ ਲੈ ਲਓ। ਗੋਰਖ ਜੀ ਤੁਸੀਂ ਹੁਣ, ਪਹਿਲਾਂ ਤੱਕ ਤਾਂ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਤੁਸੀਂ ਮੇਰੇ ਕੋਲੋਂ ਦਿਖਿਆ ਲਵੋ। ਹੁਣ ਮਹਾਰਾਜ ਜੀ ਕਹਿੰਦੇ ਤੁਹਾਨੂੰ ਵੀ ਉਸ ਸਾਹਿਬ ਦੇ ਚਰਨਾਂ ਨਾਲ ਜੋੜਨਾ ਹੈ। ਪੂਰੋ ਮੈਂ ਚਿਤਵੋ ਮਨ ਮਾਈ, ਮੈਂ ਤੁਹਾਡੇ ਅੰਦਰ ਦੀ ਚਿਤਵਨੀ ਨੂੰ ਪੂਰੀ ਕਰਾਂਗਾ। ਜੇ ਮੰਗੋ ਹਮ ਟਿਗ ਕਰ ਤਾਰਾ, ਤੁਸੀਂ ਜੋ ਵੀ ਮੇਰੇ ਪਾਸੋਂ ਇੱਥੋਂ ਤੁਸੀਂ ਜਾਚਨਾ ਕਰੋਗੇ ਸਿੱਧੋ, ਮੈਂ ਕਰਤਾਰ ਦੇ ਪਾਸੋਂ ਮੰਗ ਕੇ ਤੁਹਾਨੂੰ ਲੈ ਦਵਾਂਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਤੁਸੀਂ ਮੰਗੋ ਮੈਂ ਕਰਤਾਰ ਦੇ ਪਾਸੋਂ ਪਰਮਾਤਮਾ ਦੇ ਪਾਸੋਂ ਲੈ ਕਰਕੇ ਤੁਹਾਨੂੰ ਦੇ ਦਵਾਂਗਾ। ਤੁਝੇ ਦਿਵਾਏ ਕਰੋ ਉਚਾਰਾ, ਤੁਸੀਂ ਆਪਣੇ ਬਤੀਸੇ ਵਿੱਚੋਂ ਤੁਸੀਂ ਆਪਣੇ ਦੰਦਾਂ ਤੋਂ ਗੱਲ ਤਾਂ ਕਰੋ। ਤੁਹਾਨੂੰ ਚਾਹੀਦਾ ਕੀ ਹੈ? ਤੁਸੀਂ ਤਾਂ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਦੇ ਅੰਦਰ ਹੀ ਤੁਸੀਂ ਪੈ ਗਏ। ਕੋਈ ਉੱਡਣ ਲੱਗ ਗਿਆ, ਕਿਸੇ ਨੇ ਆਪਣਾ ਕੋਈ ਠੂਠਾ ਕਿਸੇ ਨੇ ਉਡਾ ਦਿੱਤਾ, ਕਿਸੇ ਨੇ ਕੋਈ ਗੋਦੜੀ ਉਡਾ ਦਿੱਤੀ। ਮਹਾਰਾਜ ਕਹਿੰਦੇ ਰਿੱਧ ਸੇ ਦਵਰਾ ਸਾਧ। ਇਹ ਤਾਂ ਰਿੱਧੀਆਂ ਸਿੱਧੀਆਂ ਸਾਹਿਬ ਦੇ ਘਰ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਦਾਸੀਆਂ ਹਨ, ਦਾਸੀਆਂ ਜਿਨ੍ਹਾਂ ਦੀ ਕੋਈ ਪਾਇਆ ਨਹੀਂ, ਜਿਨ੍ਹਾਂ ਦੀ ਕੋਈ ਥਾਂ ਨਹੀਂ। ਮਹਾਰਾਜ ਜੀ ਉਹਨਾਂ ਨੂੰ ਹੁਣ ਪ੍ਰੇਰ ਕੇ ਸਿੱਧੇ ਮਾਰਗ ਵੱਲ ਤੋਰਨ ਲੱਗੇ। ਦੋਹਰਾ
ਸੁਨ ਤੂਸ਼ਨ ਗੋਰਖ ਪਇਓ, ਬੋਲਿਓ ਬਚਨ ਨ ਹੁਣ ਕੋਏ। ਜਦੋਂ ਇੰਨੇ ਬਚਨ ਕੀਤੇ ਵੀ ਉਹ ਤਾਂ ਸਤਿਗੁਰੂ ਜੀਆਂ ਨੂੰ ਆਪਣੇ ਮੱਤ ਵੱਲ ਲਿਆਉਣ ਨੂੰ ਫਿਰਦੇ ਹਨ। ਇਧਰੋਂ ਮਹਾਰਾਜ ਜੀਆਂ ਨੇ ਉਸ ਪਾਸੇ ਕਿਹਾ ਵੀ ਚਲੋ ਤੁਹਾਨੂੰ ਕਰਤਾਰ ਦੇ ਚਰਨੀ ਲਾਈਏ। ਇੰਨੇ ਬਚਨ ਸੁਣ ਕਰਕੇ ਸਾਧ ਸੰਗਤ ਜੀਓ, ਜੋ ਗੋਰਖ ਜੀ ਇਹ ਤੁਸ਼ਨ ਚੁੱਪ ਕਰ ਗਏ। ਹਿਰਦੇ ਮਨੋਰਥ ਮਿਟ ਗਇਓ, ਜਲ ਤਰੰਗ ਜਿਉ ਸੋਏ। ਹੁਣ ਸਾਰੇ ਜਿਹੜੇ ਪ੍ਰਸ਼ਨ ਸਨ ਸਾਰੇ ਖਤਮ ਹੋ ਗਏ। ਜਲ ਤਰੰਗ ਜੋ ਜਿਵੇਂ ਬੁਲਬੁਲਾ ਪਾਣੀ ਵਿੱਚੋਂ ਪੈਦਾ ਹੋਵੇ ਤੇ ਪਾਣੀ ਵਿੱਚ ਸਮਾ ਜਾਏ ਨਾ, ਖਤਮ ਹੋ ਜਾਏ, ਇਸੇ ਤਰ੍ਹਾਂ ਜਿੰਨੇ ਪ੍ਰਸ਼ਨ ਸਨ ਗੋਰਖ ਜੀਆਂ ਦੇ ਹਿਰਦੇ ਮਨੋਰਥ ਸਾਰੇ ਖਤਮ ਹੋ ਗਏ। ਕੁਛ ਵੀ ਉਹਨਾਂ ਨਾ ਕਿਹਾ। ਚੌਪਈ ਬਾਨੀ ਮੰਗਲ ਨਾਥ ਅਲਾਈ। ਇੰਨੇ ਨੂੰ ਕੋਲ ਬੈਠੇ ਸਨ ਮੰਗਲਨਾਥ। ਮੰਗਲਨਾਥ ਜੀ ਰਸਨਾ ਤੋਂ ਲੈ ਕਹਿਣ ਲੱਗੇ, ਗੋਰਖਨਾਥ ਸੁਨੋ ਸਿਧ ਰਾਈ। ਇਹ ਗੋਰਖਨਾਥ ਜੀ ਤੁਸੀਂ ਗੱਲ ਸੁਣੋ। ਨਾਨਕ ਕੋ ਦੀਨੋ ਉਪਦੇਸ਼ਾ। ਕਹਿੰਦੇ ਦੇ ਲਿਆ ਉਪਦੇਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਇੱਕ ਨਾ ਕੋਲੋਂ ਟਕੋਰ ਕੀਤੀ ਮੰਗਲਨਾਥ ਨੇ, ਜਿਵੇਂ ਮਖੌਲ ਕੀਤਾ ਨਾ ਵੀ ਕਰ ਲੈ ਗੱਲ, ਜਿਵੇਂ ਆਪਾਂ ਕੋਈ ਗੱਲ ਕਰੀਏ ਉਹਦੀ ਗੱਲ ਪੂਰੀ ਨਾ ਹੋਵੇ। ਮੰਗਲਨਾਥ ਨੇ ਹੱਸ ਕੇ ਨਾ ਗੋਰਖਨਾਥ ਨੂੰ ਕਿਹਾ, ਕਹਿੰਦੇ ਦੇ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਉਪਦੇਸ਼ ਤੁਸੀਂ ਮੇਰੇ ਬਚਨ। ਕਿਉਂਕਿ ਮੰਗਲਨਾਥ ਨੇ ਪਹਿਲਾਂ ਹੀ ਇਹਨਾਂ ਨੂੰ ਆਖਿਆ ਸੀ ਤੁਸੀਂ ਭੁੱਲੇ ਹੋਏ ਹੋ ਗੋਰਖ ਜੀ। ਆਪਾਂ ਉਹਨਾਂ ਨੂੰ ਉਪਦੇਸ਼ ਉਹਨਾਂ ਨੂੰ ਦਈਏ ਜਿਹੜੇ ਛੋਟੇ ਹੋਣ, ਜਿਹੜੇ ਵੱਡੇ ਨੇ ਉਹਨਾਂ ਨੂੰ ਉਪਦੇਸ਼ ਦਈਦਾ ਨਹੀਂ, ਉਹਨਾਂ ਤੋਂ ਉਪਦੇਸ਼ ਲਈਦਾ ਹੈ, ਉਹਨਾਂ ਕੋਲੋਂ ਸਿੱਖਿਆ ਆਪਾਂ ਲੈਣੀ ਹੈ। ਪਰ ਮੰਗਲਨਾਥ ਨੂੰ ਵੀ ਇਹਨਾਂ ਝੂਠਾ ਪਾਇਆ। ਉਦੋਂ ਬਾਅਦ ਵੀ 2-3 ਸਿੱਧਾਂ ਨੂੰ ਹੋਰ ਭੇਜਿਆ। ਜਦੋਂ ਬੈਠਿਆਂ ਹੁਣ ਸਤਿਗੁਰੂ ਜੀਆਂ ਨੇ ਬਚਨ ਉਚਾਰਨ ਕੀਤੇ, ਸਾਧ ਸੰਗਤ ਜੀਓ, ਮੰਗਲਨਾਥ ਨੇ ਹੱਸ ਕੇ ਕੋਲੋਂ ਗੋਰਖਨਾਥ ਨੂੰ ਕੋਲੋਂ ਕਿਹਾ, ਕਹਿੰਦੇ ਕਰ ਦੇਤਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਉਪਦੇਸ਼ ਕੇ ਕੋਈ ਰਹਿ ਗਈ ਕਸਰ ਅਜੇ। ਜਦੋਂ ਇੰਨੇ ਬਚਨ ਹੋਏ, ਤੁਮਰੋ ਭਲੋ ਲਿਓ ਹੈ ਬੇਸਾ। ਕਹਿੰਦੇ ਤੁਹਾਡੇ ਆਖਿਆ ਤਾਂ ਉਹਨਾਂ ਨੇ ਆਪਣਾ ਬੇਸ ਧਾਰਨ ਕਰ ਲਿਆ ਹੈ ਨਾ, ਜੋ ਤੁਸਾਂ ਨੇ ਕਿਹਾ ਸੀ। ਗੋਰਖ ਪਾਕੇ ਪਰਖੋ ਤਾਈ। ਗੋਰਖ ਜੀ ਲੱਗੇ ਕਹਿਣ, ਕਹਿੰਦੇ ਮੈਂ ਤਾਂ ਹੀ ਤਾਂ ਪਰਖ ਰਿਹਾ ਹਾਂ ਵਾਰ-ਵਾਰ ਸਤਿਗੁਰੂ ਜੀਆਂ ਨੂੰ। ਹੁਣ ਗੋਰਖਨਾਥ ਨੇ ਵੀ ਆਪਣੀ ਗੱਲ ਦਾ ਬਚਾਅ ਇਸ ਤਰੀਕੇ ਕੀਤਾ, ਕਹਿੰਦੇ ਮੈਂ ਇਹਨਾਂ ਨੂੰ ਪਰਖ ਹੀ ਤਾਂ ਰਿਹਾ ਸਾਂ। ਘਟ ਚੂਚਾ ਕੇ ਪੂਰੋ ਆਈ। ਮੈਂ ਵੇਖ ਰਿਹਾ ਸਾਂ ਘੜਾ ਭਰਿਆ ਹੈ ਕਿ ਘੜਾ ਖਾਲੀ ਹੈ, ਮੈਂ ਤਾਂ ਇਹੋ ਵੇਖ ਰਿਹਾ ਸਾਂ। ਤੁਮਰੋ ਸਤ ਬਚਨ ਮੈਂ ਜਾਣਾ। ਮੈਂ ਜਾਣ ਲਿਆ ਹੈ ਤੇਰਾ ਬਚਨ ਸੱਚਾ ਹੈ, ਤੇਰੇ ਇਹ ਬੋਲ ਸੱਚੇ ਸਨ। ਜਸ ਉਚਰਿਓ ਤੈਸਾ ਪਹਿਚਾਨਾ। ਜਿਵੇਂ ਤੁਸੀਂ ਉਚਰਿਆ ਸੀ ਮੈਂ ਉਵੇਂ ਹੀ ਪਹਿਚਾਨ ਲਿਆ ਹੈ, ਜਿਵੇਂ ਤੁਸਾਂ ਨੇ ਮੈਨੂੰ ਆਣ ਕੇ ਕਿਹਾ ਸੀ। ਕਿਉਂਕਿ ਮੰਗਲਨਾਥ ਨੇ ਪਹਿਲਾਂ ਹੀ ਇਹਨਾਂ ਨੂੰ ਇਸ ਬਿਧ ਕਹਿ ਦਿੱਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਾਬਤ ਕਿ ਤੁਸੀਂ ਕਿਸੇ ਭੁਲੇਖੇ ਵਿੱਚ ਨਾ ਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਪਰਖਣ ਦੇ ਚੱਕਰ ਵਿੱਚ ਨਾ ਪਿਓ। ਸਤਿਗੁਰੂ ਜੀ ਦੇ ਆਓ ਆਪਾਂ ਸਾਰੇ ਚਰਨੀ ਲੱਗੀਏ। ਮੰਗਲਨਾਥ ਇਸ ਬਿਧ ਕਹਿਣ ਲੱਗਾ, ਪੂਰਨ ਪੁਰਖ ਗਿਆਨ ਕਨ ਰੂਪਾ। ਇਹ ਪੂਰਨ ਪੁਰਖ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪੂਰਨ ਗਿਆਨ ਭਰਿਆ ਹੋਇਆ ਹੈ। ਰਹਿਤ ਕਹਿਤ ਕੇ ਸਹਿਤ ਅਨੂਪਾ। ਜਿਹੜੇ ਆਪਣੇ ਕਹਿਣੀ ਦੇ ਜਿਹੜੇ ਆਪਣੇ ਕਥਨੀ ਦੇ ਸਾਧ ਸੰਗਤ ਜੀਓ ਪੂਰੇ ਹਨ। ਸ਼੍ਰੀ ਨਾਨਕ ਚਰਚਾ ਕਰ ਐਸੇ। ਦੇਵ ਜੀਆਂ ਦੇ ਨਾਲ ਇਸ ਵਿਦ ਚਰਚਾ ਕੀਤੀ। ਕੇਤਕ ਕਾਲ ਰਹੇ ਤੈਂ ਬੈਸੇ। ਕੁਝ ਇੱਕ ਸਮਾਂ ਇਸ ਤਰੀਕੇ ਨਾਲ ਹੋਰ ਬੈਠੇ ਰਹੇ। ਦੋਹਰਾ ਮਰਦਾਨਾ ਬੂਜਤ ਪਇਓ, ਅਗਰਜ ਚਲੋ ਕੇ ਨਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਭਾਈ ਮਰਦਾਨਾ ਜੀ ਨੇ ਫਿਰ ਬੇਨਤੀ ਕੀਤੀ, ਪਾਤਸ਼ਾਹ ਆਪਣਾ ਸਫ਼ਰ ਇੱਥੋਂ ਤੱਕ ਹੀ ਸੀ ਕਿ ਅਗਾਂਹ ਵੀ ਚੱਲਾਂਗੇ, ਕਿ ਇਸ ਤੋਂ ਅੱਗੇ ਵੀ ਜਾਣਾ ਹੈ ਪਾਤਸ਼ਾਹ ਜੀ। ਆਨ ਸਥਾਨ ਬਿਲੋ ਕੀਏ, ਜੇ ਰਾਵਰੋ ਰਚਾਹ। ਪਾਤਸ਼ਾਹ ਜੇ ਤੁਹਾਡੇ ਆਗਿਆ ਹੋਵੇ, ਜੇ ਗੁਰਦੇਵ ਜੀ ਆਪ ਜੀ ਦੇ ਹਿਰਦੇ ਦੀ ਇੱਛਾ ਹੋਵੇ, ਮੇਰੀ ਤਾਂ ਇੱਛਾ ਹੈ ਵੀ ਜੇ ਕੋਈ ਹੋਰ ਸਥਾਨ ਹਨ ਪਾਤਸ਼ਾਹ ਜੀ ਆਪਾਂ ਉਹ ਵੀ ਵੇਖ ਲਈਏ, ਜੇ ਤੁਸੀਂ ਆਗਿਆ ਕਰੋ। ਚੌਪਈ
ਸੁਨੀਏ ਸ਼੍ਰੀ ਅੰਗਤ ਗਤ ਦਾਈ। ਭਾਈ ਬਾਲਾ ਜੀ ਇੱਥੇ ਬਚਨ ਸੁਣਾ ਰਹੇ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਖਾਂ ਦੇ ਦਾਤੇ। ਅੱਗੇ ਕਥਾ ਸੁਣੋ। ਸੁਨ ਗੁਰ ਮੁਝ ਸੋ ਗਿਰਾ ਅਲਾਈ। ਮੈਨੂੰ ਪਾਤਸ਼ਾਹ ਜੀ ਕਹਿਣ ਲੱਗੇ, ਤੁਮਰੇ ਮਨ ਮੈਂ ਕਿਤ ਬਿਦ ਬਾਲਾ। ਹੇ ਭਾਈ ਬਾਲਾ ਜੀ, ਤੁਹਾਡੇ ਹਿਰਦੇ ਦੇ ਅੰਦਰ ਕੀ ਚਾਹਨਾ ਹੈ? ਮਰਦਾਨਾ ਜੀ ਤਾਂ ਚਾਹੁੰਦੇ ਨੇ ਵੀ ਆਪਾਂ ਹੋਰ ਵੀ ਅੱਗੇ ਚੱਲੀਏ। ਭਾਈ ਬਾਲਾ ਜੀ, ਤੁਹਾਡੇ ਹਿਰਦੇ ਦੀ ਕੀ ਚਾਹਨਾ ਹੈ? ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ। ਕਹਿੰਦੇ ਜੀ, ਮੈਂ ਫਿਰ ਹੱਥ ਜੋੜ ਕੇ ਪ੍ਰਭੂ ਸਤਿਗੁਰੂ ਮਹਾਰਾਜ ਜੀਆਂ ਨੂੰ ਬਚਨ ਕੀਤਾ। ਹੋ ਰਾਵਰ ਕੇ ਨਿਤ ਅਨੁਸਾਰੀ। ਪਾਤਸ਼ਾਹ ਜੀ, ਮੈਂ ਕੀ ਬਚਨ ਕਰਨਾ ਹੈ? ਭਾਈ ਬਾਲਾ ਜੀ ਲੱਗੇ ਕਹਿਣ, ਪਾਤਸ਼ਾਹ ਜੀ, ਮੈਂ ਤਾਂ ਤੁਹਾਡੇ ਅਨੁਸਾਰੀ ਹਾਂ, ਮੈਂ ਤੁਹਾਡੇ ਤੋਂ ਕੋਈ ਵੱਖ ਥੋੜਾ ਹਾਂ। ਮਹਾਰਾਜ, ਜਿਵੇਂ ਤੁਹਾਡੀ ਆਗਿਆ ਹੋਵੇ। ਜਿਉ ਉਰ ਮੈਂ ਤਿਉ ਕੀਜੇ ਕਾਰੀ। ਹੇ ਪਾਤਸ਼ਾਹ ਜੀ, ਜਿਵੇਂ ਤੁਹਾਡੇ ਉਰ ਵਿੱਚ ਹੈ, ਜਿਵੇਂ ਪਾਤਸ਼ਾਹ ਤੁਹਾਡੇ ਹਿਰਦੇ ਦੇ ਅੰਦਰ ਹੈ, ਪਾਤਸ਼ਾਹ ਉਸੇ ਤਰ੍ਹਾਂ ਤੁਸੀਂ ਕਾਰ ਕਰੋ, ਉਸੇ ਤਰੀਕੇ ਨਾਲ ਹੀ ਆਪ ਕਾਰਜ ਕਰੋ। ਅਸ ਬਿਦ ਕਰਤ ਪਰਸ ਪਰ ਬੈਨਾ। ਇਸ ਵਿਦ ਸਾਧ ਸੰਗਤ ਜੀਓ ਆਪਸ ਦੇ ਅੰਦਰ ਪਰਸਪਰ ਵਿਚਾਰ ਕਰਦਿਆਂ ਵੈਸੇ ਤੈਵਾ ਪੰਕਜ ਨੈਨਾ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ, ਸੁੰਦਰ ਨੈਣਾ ਵਾਲੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਪ੍ਰਾਨਨਾਥ ਜੋਗੀ ਤਬ ਆਇਓ। ਇੰਨੇ ਨੂੰ ਮਹਾਰਾਜ ਜੀਆਂ ਦੇ ਕੋਲ ਸਾਧ ਸੰਗਤ ਜੀ ਇੱਕ ਪ੍ਰਾਨਨਾਥ ਨਾਮ ਦਾ ਜੋਗੀ ਮਹਾਰਾਜ ਜੀਆਂ ਦੇ ਕੋਲ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਬੈਠ ਸਮੀਪ ਆਦੇਸ਼ ਅਲਾਇਓ। ਔਰ ਆਉਂਦਿਆਂ ਉਹਨੇ ਵੀ ਪਾਤਸ਼ਾਹ ਜੀਆਂ ਨੂੰ ਆਣ ਕੇ ਆਦੇਸ਼ ਸਤਿਗੁਰੂ ਮਹਾਰਾਜ ਜੀਆਂ ਨੂੰ ਕਿਹਾ ਹੈ। ਅਸਨ ਬਸਨ ਲੀਜੇ ਜੋ ਚਾਈ। ਪਾਤਸ਼ਾਹ ਜੀ, ਆਪ ਇੱਥੇ ਸਾਡੇ ਕੋਲ ਆਏ ਹੋ ਮਹਾਰਾਜ, ਕੋਈ ਤੁਹਾਨੂੰ ਕੋਈ ਭੋਜਨ ਪ੍ਰਸ਼ਾਦ ਕੱਪੜੇ ਲੀੜੇ ਦੀ ਲੋੜ ਹੋਵੇ ਮਹਾਰਾਜ, ਤੁਸੀਂ ਮੈਨੂੰ ਹੁਕਮ ਕਰੋ। ਛੋਦਾ ਨ ਵਿਆਪੇ ਕਬ ਤਨ ਮਾਈ। ਮਹਾਰਾਜ, ਤੁਸੀਂ ਸਾਡੇ ਵਾਲੇ ਬਸਤਰ ਆਪ ਜੀ ਪਹਿਨ ਲਓ, ਤੁਹਾਨੂੰ ਕਦੇ ਵੀ ਭੁੱਖ ਤ੍ਰੇ ਨਹੀਂ ਲੱਗੇਗੀ। ਦੋਹਰਾ ਨੰਗੇ ਕਬੇ ਨਾ ਹੋਵਈ ਪਹਿਰ ਦਕੂਲੇ ਅਮੋਲ। ਪਾਤਸ਼ਾਹ, ਤੁਸੀਂ ਇਹ ਬਸਤਰ ਧਾਰਨ ਕਰ ਲਵੋ, ਭਾਵ ਕਦੇ ਵੀ ਨਗਨ ਨਹੀਂ ਹੋਵੋਗੇ। ਅਸ ਬਿਦ ਸੁਨ ਕੈ ਬੈਨ ਤੈ ਬੋਲੇ ਅਚਲ ਅਤੋਲ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਪ੍ਰਾਨਨਾਥ ਆਇਆ। ਉਹਨੇ ਮਹਾਰਾਜ ਜੀਆਂ ਨੂੰ ਇਸ ਵਿਦ ਬਚਨ ਕਹੇ, ਪਾਤਸ਼ਾਹ ਕਹੋ ਤਾਂ ਭੋਜਨ ਲਿਆਵਾਂ, ਪਾਤਸ਼ਾਹ ਕਹੋ ਤਾਂ ਬਸਤਰ ਲਿਆਵਾਂ। ਹੁਣ ਮਹਾਰਾਜ ਜੀ ਇਹਨੂੰ ਬਚਨ ਕਰਦੇ ਹਨ। ਚੌਪਈ ਨੀਕੋ ਕੀਨ ਸੰਤੋਖੰ ਅਸਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਅਸਾਂ ਨੇ ਸੋਹਣਾ ਜੋ ਭੋਜਨ ਪ੍ਰਸ਼ਾਦ ਹੈ, ਅਸਾਂ ਉਹ ਸੰਤੋਖ ਦਾ ਅਸੀਂ ਆਪਣੇ ਜੀਵਨ ਦੇ ਅੰਦਰ ਭੋਜਨ ਛਕਿਆ ਹੈ। ਰੂਰੋ ਸਾਧ ਨਾਮ ਜਪ ਰਸਨਾ। ਜਿਸ ਦਾ ਰਸ ਬੜਾ ਸਵਾਦਲਾ ਹੈ, ਤਥਾ ਅਸੀਂ ਆਪਣੀ ਰਸਨਾ ਦੇ ਨਾਲ ਉਸ ਸਾਹਿਬ ਦੇ ਨਾਮ ਨੂੰ ਅਸੀਂ ਜਪਦੇ ਹਾਂ ਤੇ ਅਸੀਂ ਉਹਦੇ ਨਾਮ ਨੂੰ ਜਪ ਕਰਕੇ ਹੀ ਅਸੀਂ ਤ੍ਰਿਪਤ ਹਾਂ। ਬਸਨ ਜੇ ਪਾਓ ਭਗਤ ਕੇ ਲੀਨੇ। ਔਰ ਰਹੀ ਗੱਲ ਕੱਪੜੇ ਪਹਿਰਨ ਦੀ, ਮਹਾਰਾਜ ਕਹਿੰਦੇ ਭਾਓ ਭਗਤੀ ਦੇ ਸਾਡੇ ਕੋਲ ਲੀੜੇ ਹਨ, ਸਾਡੇ ਕੋਲ ਉਹ ਕੱਪੜੇ ਹਨ। ਨਹੀਂ ਪੁਰਾਤਨ ਨੀਤ ਨਵੀਨੇ। ਔਰ ਜਿਹੜੇ ਇਹ ਵਾਲੇ ਭਾਓ ਭਗਤੀ ਵਾਲੇ ਜਿਹੜੇ ਬਸਤਰ ਜਿਨੇ ਇੱਕ ਵਾਰੀ ਪਹਿਨ ਲਏ, ਮਹਾਰਾਜ ਜੀ ਲੱਗੇ ਕਹਿਣ, ਭਾਈ ਜਿਹੜੇ ਇਹ ਬਸਤਰ ਹਨ ਇਹ ਸਦਾ ਹੀ ਨਵੀਨ ਹਨ, ਇਹ ਪੁਰਾਤਨ ਵੀ ਨਹੀਂ ਹੁੰਦੇ। ਸਾਹਿਬ ਦੇ ਜਿਹੜਾ ਆਪਾਂ ਕਈ ਵਾਰੀ ਸ਼ਬਦ ਬਚਨ ਪੜ੍ਹਨੇ ਹਾਂ, ਢੱਕਣ ਕੂਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਆਪ ਜੀਆਂ ਨੇ ਮੇਰੀ ਪੱਤ ਢੱਕ ਲਈ ਹੈ। ਇਹ ਵੀ ਕਈ ਵਾਰੀ ਜਦੋਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਕਈ ਵਾਰ ਆਪਾਂ ਕਹਿੰਦੇ ਹਾਂ ਕਿ ਮਾਲਕ ਜੀ ਅਸਾਂ ਆਪ ਜੀਆਂ ਦੇ ਤਨ ਤੇ ਜਾਂ ਅਸਾਂ ਆਪ ਜੀਆਂ ਨੂੰ ਰੁਮਾਲੇ ਭੇਟ ਅਸਾਂ ਕੀਤੇ ਹਨ ਸਾਹਿਬ ਜੀ, ਅਸੀਂ ਆਪ ਜੀ ਨੂੰ ਢੱਕਿਆ ਹੈ। ਸਾਧ ਸੰਗਤ ਜੀ, ਆਪਾਂ ਕੌਣ ਹਾਂ ਢੱਕਣ ਵਾਲੇ? ਉਸ ਦੇ ਬਦਲੇ ਕਹਿੰਦੇ ਹਾਂ ਸਾਹਿਬ ਜੀ ਸਾਡੀ ਪੱਤ ਢੱਕ ਲੈਣੀ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਆਪ ਜੀਆਂ ਨੇ ਤਾਂ ਮੇਰੀ ਪੱਤ ਢੱਕੀ ਹੈ। ਹੇ ਸਾਹਿਬ ਜੀ, ਆਪ ਜੀਆਂ ਨੇ ਤਾਂ ਮੇਰੇ ਔਗਣਾ ਨੂੰ ਢੱਕ ਲਿਆ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਮਹਾਰਾਜ ਜੀਆਂ ਦੇ ਇੱਥੇ ਸਾਧ ਸੰਗਤ ਜੀਓ ਜਿਹੜੇ ਬਚਨ ਹਨ, ਮਹਾਰਾਜ ਕਹਿੰਦੇ ਬਸਨ ਜੇ ਭਾਉ ਭਗਤ ਕੋ ਲੀਨੇ। ਇਹ ਭਾਈ ਅਸਾਂ ਜਿਹੜੇ ਤਨ ਤੇ ਬਸਤਰ ਪਹਿਰਨ ਕੀਤੇ ਹੋਏ ਹਨ, ਭਾਉ ਭਗਤੀ ਦੇ ਬਸਤਰ ਪਹਿਨੇ ਹੋਏ ਹਨ, ਨਹੀਂ ਪੁਰਾਤਨ ਸਦਾ ਨਵੀਨੇ। ਔਰ ਜਿਹੜੇ ਇਹ ਬਸਤਰ ਇਹ ਪੁਰਾਣੇ ਵੀ ਨਹੀਂ ਹੁੰਦੇ, ਇਹ ਪਾਟਦੇ ਵੀ ਨਹੀਂ ਹਨ, ਇਹ ਨਿਤ ਨਵੀਨ ਬਸਤਰ ਹਨ। ਅਤ ਸੁੰਦਰ ਸ਼ੋਭਾ ਯੁਗ ਲੋਕਾ। ਇਹਦੀ ਜੁਗਾ ਜਗੰਤਰਾਂ ਅੰਦਰ ਜੁਗ ਜੁਗ ਲੋਕਾਂ ਅੰਦਰ ਭਾਵ ਇਹਦੀ ਇਸ ਬਸਤਰ ਦੀ ਸ਼ੋਭਾ ਹੈ। ਭੂਖ ਨਗਨ ਤੇ ਸਦਾ ਅਸ਼ੋਕਾ। ਭੁੱਖ ਨੰਗ ਤੋਂ ਭਾਵ ਜਿਹੜਾ ਸਦਾ ਹੀ ਚਿੰਤਾ ਤੋਂ ਜਿਹੜਾ ਵਾਂਝਾ ਹੋ ਜਾਏ, ਅਸ਼ੋਕ ਭਾਵ ਜਿਹਨੂੰ ਕਦੇ ਵੀ ਫਿਰ ਕੋਈ ਚਿੰਤਾ ਨਾ ਵਿਆਪੇ। ਪ੍ਰਾਨ ਨਾਥ ਸੁਨ ਪ੍ਰੇਮ ਉਮੰਗਾ। ਪ੍ਰਾਨ ਨਾਥ ਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਸਾਧ ਸੰਗਤ ਜਿਉ ਇਸ ਬਿਦ ਬਚਨ ਸੁਣੇ। ਉਦ ਤੇ ਉਚਰਨ ਗੈਨ ਇਤ ਸੰਗਾ। ਔਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਨੂੰ ਨਮਸਕਾਰ ਕਰਨ ਵਾਸਤੇ ਸ਼੍ਰੀ ਨਾਨਕ ਬਹੁ ਭਾਉ ਜੇ ਦੇਖਾ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਪ੍ਰਾਨ ਨਾਥ ਵਿੱਚ ਬੜਾ ਪ੍ਰੇਮ ਵੇਖਿਆ। ਤੈਂ ਕੋ ਆਦਰ ਕੀਨ ਵਿਸ਼ੇਖਾ। ਔਰ ਗੁਰਦੇਵ ਜੀਆਂ ਨੇ ਵੀ ਪ੍ਰਾਨ ਨਾਥ ਜਿਹੜਾ ਸਿੱਧ ਸੀ, ਸਤਿਗੁਰੂ ਜੀਆਂ ਨੇ ਪ੍ਰਾਨ ਨਾਥ ਸਿੱਧ ਨੂੰ ਵੀ ਬਹੁਤ ਪਰਸਪਰ ਸਨੇਹ ਨਾਲ ਗੁਰਦੇਵ ਜੀ ਮਿਲਦੇ ਹਨ। ਪਗਲੋਂ ਸਿਰ ਨੈ ਜਾਵਨ ਦੀਨੋ। ਉਹ ਤਾਂ ਸਾਧ ਸੰਗਤ ਜੀ ਉਹ ਪਾਤਸ਼ਾਹ ਜੀ ਦੇ ਨਾ ਚਰਨੀ ਉੱਠ ਕੇ ਮੱਥਾ ਟੇਕਣ ਲੱਗਾ, ਪਰ ਮਹਾਰਾਜ ਜੀਆਂ ਨੇ ਆਪਣੇ ਚਰਨਾਂ ਤੱਕ ਉਹਦਾ ਸਿਰ ਨਹੀਂ ਆਉਣ ਦਿੱਤਾ। ਮਹਾਰਾਜ ਜੀਆਂ ਨੇ ਰਸਤੇ ਵਿਰਾਹ ਦੇ ਵਿੱਚ ਹੀ ਗੁਰਦੇਵ ਮਹਾਰਾਜ ਜੀਆਂ ਨੇ ਉੱਥੇ ਹੀ ਰੋਕ ਲਿਆ। ਕਰ ਮੈਂ ਲਏ ਅੰਕ ਪਰ ਲੀਨੋ। ਔਰ ਗੁਰਦੇਵ ਜੀਆਂ ਨੇ ਨਾ ਗਲੇ ਵਿੱਚ ਲੈ ਕੇ ਘੁੱਟ ਕੇ ਪ੍ਰਾਨਨਾਥ ਨੂੰ ਜੱਫੀ ਪਾ ਲਈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਵਿਦ ਪ੍ਰਾਨਨਾਥ ਨੂੰ ਸਨੇਹ ਕੀਤਾ। ਦੋਹਰਾ ਮਿਲੇ ਪਰਸ ਪਰ ਹਰਖ ਕਰ ਪ੍ਰਾਨ ਨਾਥ ਕੈ ਬੈਨ। ਬੜੇ ਪਰਸਪਰ ਪ੍ਰੇਮ ਨਾਲ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲੇ ਹਨ ਪ੍ਰਾਨਨਾਥ ਨੂੰ। ਔਰ ਪ੍ਰਾਨਨਾਥ ਮਹਾਰਾਜ ਜੀਆਂ ਨੂੰ ਮਿਲ ਕਰਕੇ ਬਚਨ ਕਹਿਣ ਲੱਗਾ। ਭਇਓ ਨਿਰੰਜਨ ਕੋ ਦਰਸ ਹਮੇ ਸਰਬ ਗੁਣ ਐਨ। ਕਹਿੰਦੇ ਅੱਜ ਮੈਂ ਉਸ ਨਿਰੰਕਾਰ ਦੇ ਦੀਦਾਰ ਪਾ ਲਏ ਹਨ। ਗੁਰਦੇਵ ਜੀਆਂ ਨੂੰ ਮਿਲ ਕੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਮਿਲ ਕੇ ਪ੍ਰਾਨਨਾਥ ਲੱਗਾ ਕਹਿਣ ਜੀ ਅੱਜ ਤਾਂ ਮੈਂ ਉਸ ਪਰਿਪੂਰਨ ਪਰਮਾਤਮਾ ਦੇ ਇਹਨਾਂ ਅੱਖਾਂ ਦੇ ਨਾਲ ਦੀਦਾਰ ਪਾ ਲਏ ਹਨ। ਚੌਪਈ ਤੁਮ ਤੋ ਬਿਦਤ ਆਪ ਕਰਤਾਰਾ। ਇਹ ਪਾਤਸ਼ਾਹ ਤੁਸੀਂ ਤਾਂ ਆਪ ਉਸ ਕਰਤਾਰ ਪਰਿਪੂਰਨ ਪਰਮਾਤਮਾ ਜੀ ਦਾ ਸਵਰੂਪ ਹੋ। ਕਲ ਨਰ ਤਾਰਨ ਕੋ ਤਨ ਤਾਰਾ। ਔਰ ਤੁਸਾਂ ਨੇ ਸੰਸਾਰ ਨੂੰ ਤਾਰਨ ਵਾਸਤੇ ਇਹ ਸਵਰੂਪ ਧਾਰਨ ਕੀਤਾ ਹੈ। ਜਿਨ ਤੁਮ ਕੋ ਨੈ ਐਸੇ ਜਾਨਾ। ਜਿਨ੍ਹਾਂ ਨੇ ਆਪ ਜੀਆਂ ਨੂੰ ਇਸ ਵਿਦ ਨਹੀਂ ਜਾਣਿਆ। ਸੋ ਜੋਗੀ ਨੈ ਅਤ ਅਗਿਆਨਾ। ਉਹ ਤਾਂ ਜੋਗੀ ਅਤ ਅਗਿਆਨੀ ਹਨ। ਬੰਦੇ ਹਾਥ ਹਿਰਦੇ ਅਨੁਰਾਗਾ। ਬੜੇ ਪ੍ਰੇਮ ਦੇ ਨਾਲ ਪ੍ਰਾਨਨਾਥ ਜੋਗੀ ਨੇ ਭਾਵਨੀ ਦੇ ਨਾਲ ਸਤਿਗੁਰੂ ਮਹਾਰਾਜ ਜੀਆਂ ਦੇ ਸਮਕਸ਼ ਹੱਥ ਜੋੜੇ। ਅਹੇ ਤਨ ਹਮਰੇ ਵੱਡ ਭਾਗਾ। ਕਹਿੰਦੇ ਸਾਡੇ ਵੱਡੇ ਭਾਗ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਲੱਗੇ ਕਹਿਣ ਪਾਤਸ਼ਾਹ ਸਾਡੇ ਵੱਡੇ ਭਾਗ ਹਨ। ਜੇ ਕਰ ਤੁਮਰਾ ਦਰਸ਼ਨ ਪਾਇਆ। ਪਾਤਸ਼ਾਹ ਸਾਡੇ ਵੱਡੇ ਭਾਗ ਤੁਸੀਂ ਸਾਨੂੰ ਆਣ ਕੇ ਸੁਮੇਰ ਪਰਬਤ ਤੇ ਦਰਸ਼ਨ ਦਿੱਤੇ ਹਨ। ਕੁਝ ਇੱਕ ਐਸੇ ਵੀ ਸਨ ਭਾਵਨਾ ਵਾਲੇ ਪ੍ਰਾਨਨਾਥ ਮੰਗਲਨਾਥ ਜੈਸੇ ਜਿਹੜੇ ਮਹਾਰਾਜ ਜੀਆਂ ਦੇ ਸੰਗ ਬੜੇ ਸਨੇਹ ਨਾਲ ਮਿਲੇ ਹਨ। ਮੋਕੋ ਤਾਰਨ ਏਠਾਂ ਆਇਆ। ਤੁਸੀਂ ਮੈਨੂੰ ਤਾਰਨ ਵਾਸਤੇ ਪਾਤਸ਼ਾਹ ਤੁਸੀਂ ਇੱਥੋਂ ਤੱਕ ਆਏ ਹੋ। ਮੈਂ ਜੋ ਕੀਨ ਜੋਗ ਚਿਰ ਕਾਲਾ। ਪਾਤਸ਼ਾਹ ਮੈਂ ਇੰਨੇ ਲੰਮੇ ਸਮੇਂ ਤੋਂ ਜੋਗ ਦੀਆਂ ਇਹ ਜੁਗਤੀਆਂ ਕਰ ਰਿਹਾ ਸਾਂ। ਤਾਂ ਕੋ ਫਲ ਅਬ ਮਿਲਿਓ ਬਿਸਾਲਾ। ਪਾਤਸ਼ਾਹ ਜਿਨ੍ਹਾਂ ਦਾ ਅੱਜ ਮੈਨੂੰ ਫਲ ਮਿਲਿਆ ਹੈ ਤੁਹਾਡੇ ਦੀਦਾਰ ਦੇ ਰੂਪ ਵਿੱਚ। ਸਤਿ ਸ੍ਰੀ ਅਕਾਲ। ਪਾਤਸ਼ਾਹ ਇੰਨੇ ਲੰਮੇ ਸਮੇਂ ਤੋਂ ਮੈਂ ਜੋਗ ਕਰ ਰਿਹਾ ਸਾਂ, ਜੋਗ ਸਾਧਨਾ, ਤੇ ਪਾਤਸ਼ਾਹ ਅੱਜ ਤੁਹਾਡੇ ਦਰਸ਼ਨ ਹੋਏ ਤੇ ਮੈਨੂੰ ਇਹ ਫਲ ਮਿਲਿਆ ਹੈ ਜੋਗ ਸਾਧਨਾ ਸਾਧਨ ਦਾ। ਇਹ ਜਿਹੜੇ ਸ਼ਬਦ ਸਨ ਸਾਧ ਸੰਗਤ ਜੀ ਪ੍ਰਾਨਨਾਥ ਜੋਗੀ ਨੇ ਕਹੇ ਹਨ। ਸ਼੍ਰੀ ਗੁਰ ਕੈ
ਧੰਨ ਤੁਮ ਜੋਗੀ। ਪਾਤਸ਼ਾਹ ਜੀਆਂ ਨੇ ਫਿਰ ਇਸ ਜੋਗੀ ਨੂੰ ਕਿਹਾ, ਮਹਾਰਾਜ ਜੀਆਂ ਨੇ, ਪ੍ਰਾਨਨਾਥ ਜੀ ਤੁਸੀਂ ਧੰਨ ਹੋ, ਤੁਸਾਂ ਧੰਨ ਤੇ ਤਥਾ ਤੁਸਾਂ ਨੇ ਕਮਾਈ ਵੀ ਧੰਨ ਕੀਤੀ ਹੈ। ਮਾਨ ਰੋਗ ਤੇ ਰਹਿਤੇ ਅਰੋਗੀ। ਔਰ ਤੁਸਾਂ ਨੇ ਆਪਣੇ ਹਿਰਦੇ ਤੋਂ ਜਿਹੜਾ ਮਾਨ ਰੋਗ ਹੈ, ਤੁਸੀਂ ਆਪਣੇ ਹਿਰਦੇ ਤੋਂ ਮਾਨ ਰੋਗ ਨੂੰ ਦੂਰ ਕੀਤਾ ਹੈ। ਹਿਰਦੇ ਤੋਂ ਮਾਨ ਨੂੰ ਤੁਸਾਂ ਨੇ ਦੂਰ ਕਰ ਲਿਆ ਹੈ। ਸਤਿਗੁਰੂ ਮਹਾਰਾਜ ਜੀਆਂ ਦੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਸੰਵਾਦ ਪ੍ਰਾਨਨਾਥ ਜੋਗੀ ਦੇ ਨਾਲ ਸੁਮੇਰ ਪਰਬਤ ਦੀ ਧਰਤੀ ਤੇ ਹੋਇਆ। ਭਾਈ ਮਰਦਾਨਾ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਹੋਰ ਵੀ ਪ੍ਰਸ਼ਨ ਪੁੱਛਦੇ ਹਨ, ਗੁਰਦੇਵ ਜੀ ਕਿੰਨੇ ਇੱਥੇ ਅਜਿਹੇ ਸਿੱਧ ਹਨ, ਕਿੰਨੇ ਇੱਥੇ ਹੋਰ ਅਜਿਹੇ ਨਾਥ ਹਨ, ਕਿੰਨੀਆਂ ਹੋਰ ਥਾਵਾਂ ਹਨ ਇੱਥੇ ਪਾਤਸ਼ਾਹ ਜਿੱਥੇ ਆਪਾਂ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਸ ਬਿਧ ਭਾਈ ਮਰਦਾਨਾ ਸਾਹਿਬ ਜੀਆਂ ਨੂੰ ਉੱਤਰ ਦਿੰਦੇ ਹਨ ਤੇ ਉਹਨਾਂ ਥਾਵਾਂ ਤੇ ਲੈ ਕੇ ਜਾਂਦੇ ਹਨ। ਅਗਲੇਰੇ ਪ੍ਰਸੰਗਾਂ ਵਿੱਚ ਆਪਾਂ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ 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 ਵਾਹਿਗੁਰੂ।